ਯਸ਼ ਖੰਨਾ ਪੰਜਾਬ ਫੋਕਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਪਿਆਰੇ ਦਰਸ਼ਕੋ, ਮੈਂ ਬਲਕਾਰ ਸਿੰਘ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਜਿਸ ਤਰ੍ਹਾਂ ਅਸੀਂ ਲਗਾਤਾਰ ਤੁਹਾਨੂੰ ਇਸ ਪ੍ਰੋਗਰਾਮਾਂ ਨਾਲ, ਵਿਸ਼ਿਆਂ ਨਾਲ ਅਤੇ ਜਿਹੜੇ ਵੀ ਸਾਡੇ ਨਾਲ ਜਿਹੜੇ ਮੁੱਦੇ ਨੇ, ਪੱਖ ਦੇ ਮੁੱਦੇ, ਉਹਨਾਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਾਂ। ਅਤੇ ਮੇਰੇ ਨਾਲ ਤਸ਼ਰੀਫ ਫਰਮਾਨ ਨੇ ਖੰਨਾ ਜੀ। ਅਤੇ ਖੰਨਾ ਜੀ, ਉਹ ਕਿਹੜਾ ਵਿਸ਼ਾ ਆਪਾਂ ਲੈਣਾ ਚਾਹੁੰਦੇ ਹਾਂ ਕਿ ਜਿਹੜਾ ਵਿਸ਼ਾ ਇਸ ਵੇਲੇ ਸਾਡੇ ਦਰਸ਼ਕ ਚਾਹੁੰਦੇ ਨੇ ਕਿ ਉਹਦੇ ਨਾਲ ਅਸੀਂ ਸਾਂਝ ਪਾਈਏ? ਬਿਲਕੁਲ ਜੀ, ਪਹਿਲਾਂ ਤਾਂ ਤਿਉਹਾਰਾਂ ਨਾਲ ਸਾਂਝ ਪਾ ਦਿੰਦੇ ਹਾਂ। ਵਾਹ, ਅੱਜ ਲੋਹੜੀ ਦਾ ਤਿਉਹਾਰ ਹੈ ਜੋ ਬਿਲਕੁਲ ਪੰਜਾਬ ਦੇ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ। ਕਹਿੰਦੇ ਨੇ ਹੁਣ ਸਰਦੀ ਕੱਟਣੀ ਸ਼ੁਰੂ ਹੋ ਜਾਣੀ ਹੈ ਤੇ ਅੱਜ ਬਹੁਤ ਕੁਝ ਬਣੂਗਾ, ਖਾਣ ਪੀਣ ਦਾ ਸਮਾਨ ਬਣੂਗਾ, ਰਿਓੜੀਆਂ, ਗੱਚਕ, ਮੂੰਗਫਲੀ ਦੇ ਅਸੀਂ ਜਾਣਦੇ ਹੀ ਹਾਂ, ਤਿਲ ਪੁੱਗਾ, ਪਿੰਨੀਆਂ, ਗਜਰੇਲਾ, ਫਿਰ ਮਿੱਠੇ ਚੌਲ ਬਣਨਗੇ, ਗੰਨੇ ਦੇ ਰਸ ਦੀ ਖੀਰ ਬਣੇਗੀ ਔਰ ਨਾਲ ਅਸੀਂ ਸਾਗ ਬਣਾਵਾਂਗੇ। कमाल हो जाएगा। हाँ वाह, बड़े खाने गिनाते और खाने बड़े लज्जत, बड़े प्यारे और बड़े ही खाण योग ਜਿਹੜੇ ਖਾਣੇ ਦੱਸੇ ਆ। ਔਰ ਕਿਉਂਕਿ ਰੁੱਤ ਦੇ ਖਾਣਾ ਹੀ ਹੈਗਾ, ਕਿਉਂਕਿ ਸਾਗ ਜਿਹੜਾ ਇਹ ਸਰੋਂ ਦਾ ਅੱਜ ਕੱਲ੍ਹ ਬਹੁਤ ਵਧੀਆ ਬਣਿਆ ਔਰ ਲੋਕ ਖਾਂਦੇ ਨੇ। ਔਰ ਮੱਕੀ ਦੀ ਰੋਟੀ ਤੁਸੀਂ ਦੱਸਿਆ, ਫਿਰ ਖੀਰ ਦੱਸਿਆ ਜਿਹੜੀ ਗੰਨੇ ਦੇ ਰਸ ਦੀ ਖੀਰ ਆ। ਉਹ ਕਹਿੰਦੇ ਨੇ ਕਿ ਪੋਹ ਰਿੱਧੀ ਤੇ ਮਾਘ ਖਾਧੀ। ਬਿਲਕੁਲ, ਕੱਲ੍ਹ ਨੂੰ ਜਿਹੜਾ ਉਹ ਮਹੀਨਾ ਮਾਘ ਦਾ ਵੀ ਚੜ੍ਹ ਜਾਣਾ, ਸੰਗਰਾਂਦ ਵੀ ਹੈ ਔਰ ਇਹ ਤਿਉਹਾਰ ਇਕੱਠੇ ਹੀ ਸਾਰੇ ਮਿਲ ਜੁਲ ਕੇ ਆਉਂਦੇ ਆ। ਖੁਸ਼ੀਆਂ ਨਾਲ ਭਰਪੂਰ ਤਿਉਹਾਰ ਨੇ। ਔਰ ਸਾਡੇ ਵੀਰ ਚਾਹੇ ਅਮਰੀਕਾ 'ਚ ਬੈਠੇ ਆ, ਚਾਹੇ ਇੰਗਲੈਂਡ ਆ, ਚਾਹੇ ਰਸ਼ੀਆ 'ਚ ਆ, ਅਤੇ ਚਾਹੇ ਹੋਰ ਕਿਸੇ ਦੇਸ਼ ਦੀ ਨੁਕਰੇ ਬੈਠੇ ਆ, ਪਰ ਇਸ ਤਿਉਹਾਰ ਤੋਂ ਬਿਲਕੁਲ ਜਾਣੂ ਨੇ ਔਰ ਖੁਸ਼ੀਆਂ ਨਾਲ ਇਸ ਤਿਉਹਾਰ 'ਚ ਰੌਣਕਾਂ ਲਾਉਣਗੇ ਸਾਡੇ ਸਾਰੇ ਜੀ। ਔਰ ਇੱਕ ਮੇਰੀ ਫੇਵਰੇਟ ਚੀਜ਼ ਹੈ ਜੀ, ਮੱਕੀ ਦੀ ਰੋਟੀ ਮੇਥੀ ਵਾਲੀ, ਚਿੱਟਾ ਮੱਖਣ ਹੋਵੇ ਤੇ ਕਈ ਵਾਰ ਮੈਂ ਨਾਲ ਸਾਗ ਵੀ ਲੈ ਲੈਂਦਾ ਹੁੰਦਾ। ਮੱਕੀ ਦੀ ਰੋਟੀ ਮੇਥੀ ਵਾਲੀ, ਚਿੱਟਾ ਮੱਖਣ ਤੇ ਨਾਲ ਸਰੋਂ ਦਾ ਸਾਗ, ਇਹ ਮੈਨੂੰ ਵਧੀਆ ਲੱਗਦੀ ਆ। ਮੱਕੀ ਦੀ ਰੋਟੀ ਤੇ ਮੱਖਣ ਦਾ ਪੇੜਾ ਜਿਹਨੇ ਨਹੀਂ ਖਾਧਾ ਤੇ ਉਹ ਸਾਡਾ ਉਹ ਪਛਤਾਊਗਾ, ਜਿੰਨਾ ਖਾ ਲਿਆ ਉਹ ਬਿਲਕੁਲ ਖੁਸ਼ ਰਹਿਣਗੇ, ਖਾ ਕੇ ਸੌਂ ਜਾਊਗਾ। ਬਿਲਕੁਲ ਖਾ ਕੇ ਸੌਂ ਹੈਵੀ ਖਾਣੇ ਨੇ। ਬਿਲਕੁਲ ਸਹੀ। ਸਾਡੇ ਪੰਜਾਬ ਦੇ ਲੋਕ ਨਾ ਖਾਣ ਪੀਣ ਦੇ ਬੜੇ ਸ਼ੌਕੀਨ ਨੇ। ਬਿਲਕੁਲ, ਵੈਸੇ ਤਗੜੇ ਵੀ ਆ ਬਹੁਤ। ਬਿਲਕੁਲ ਸਹੀ ਗੱਲ। ਇਕੱਲੇ ਸ਼ੌਕੀਨ ਹੈਗੇ, ਖਾ ਕੇ ਪਹੁੰਚਾਉਂਦੇ ਵੀ ਆ, ਕੰਮ ਵੀ ਕਰਦੇ, ਮਿਹਨਤ ਵੀ ਕਰਦੇ। ਇਹਨਾਂ ਮਿਹਨਤ ਦਾ ਸਦਕਾ ਹੀ ਸਾਰੇ ਦੇਸ਼ਾਂ 'ਚ ਬਹਿ ਕੇ ਇਸ ਵੇਲੇ ਜਿਹੜੇ ਨੇ ਬਿਲਕੁਲ ਅਮੀਰ ਨੇ ਔਰ ਪੂਰੇ ਦੇਸ਼ਾਂ ਦੇ ਵਿੱਚ ਛਾਏ ਪਏ ਨੇ। ਬਿਲਕੁਲ ਸਹੀ ਹੈ। ਔਰ ਰਾਤ ਨੂੰ ਆਪਾਂ ਲੋਹੜੀ ਬਾਲਾਂਗੇ, ਬਹਿ ਕੇ ਧੂਣੀ ਸੇਕਾਂਗੇ, ਨਾਲ ਖਾਵਾਂਗੇ ਪੀਵਾਂਗੇ। ਭੁੱਗਾ ਬਾਲਦੇ ਆ ਨਾ, ਤਿਲ ਚੌਲੀਏ ਨਹੀਂ ਗਿੱਗਾ ਮੌਲੀਏ ਨਹੀਂ, ਗਿੱਗਾ ਜੰਮਿਆ ਸੀ ਰਾਤ, ਗੁੜ ਵੰਡਿਆ ਪਰਾਤ। ਯਾਰ ਸਵੇਰੇ ਜਦੋਂ ਮੈਂ ਆ ਰਿਹਾ ਨਾ, ਬੱਚੇ ਲੱਗੇ ਹੋਏ ਨੇ ਸੁੰਦਰ ਮੁੰਦਰੀਏ। ਸੁੰਦਰ ਮੁੰਦਰੀ ਵੀ ਗਾਉਂਦੇ ਬੱਚੇ। ਦੁੱਲਾ ਭੱਟੀ ਦਾ ਗੀਤ ਹੈ ਨਾ, ਦੁੱਲਾ ਭੱਟੀ ਦੀ ਦੁੱਲਾ ਭੱਟੀ। ਬਿਲਕੁਲ ਸਹੀ ਹੈ। ਸਾਡੇ ਪੰਜਾਬ ਦੀ ਧਰਤੀ, ਮੇਲਿਆਂ ਤਿਉਹਾਰਾਂ ਦੀ ਧਰਤੀ। ਏਦਾਂ ਲੱਗਦਾ ਜਿਵੇਂ ਨਾ ਰੱਬ ਦੇ ਵਿਆਹ ਆਏ ਹੋਏ ਨੇ ਪੰਜਾਬੀ। ਆ ਜਿਹੜੀਆਂ ਫਿਰ ਵਿੱਚ ਹਰਕਤਾਂ ਸ਼ੁਰੂ ਹੋ ਜਾਂਦੀਆਂ ਨੇ ਨਾ ਰਾਜਨੀਤੀ ਦੀਆਂ, ਸਾਰਾ ਮੂਡ ਆਫ ਹੋ ਜਾਂਦਾ ਵੀ ਆ ਕੀ ਕਰਦੇ ਪਏ ਹੋ ਯਾਰ। ਉਹ ਤਰ੍ਹਾਂ ਦੇ ਲੋਕ ਆ ਨਾ, ਵਣਵਣ ਦੀ ਲੱਕੜੀ ਹੈ ਨਾ, ਹਰ ਤਰ੍ਹਾਂ ਦੇ ਲੋਕ ਆ। ਕਿਸੇ ਦਾ ਚੰਗਾ ਸੁਭਾਅ, ਕਿਸੇ ਦਾ ਮੰਦਾ, ਕਿਸੇ ਨੇ ਮਾੜਾ ਸੋਚਣਾ। ਔਰ ਬੇਸਿਕਲੀ ਜਿਹੜੀ ਇਹ ਬਹੁਤ ਗਿਣਤੀ ਪੰਜਾਬੀਆਂ ਦੀ ਚੰਗਾ ਸੋਚਣ ਦੀ ਹੈ, ਭਲਾ ਕਰਨ ਦੀ ਇਹਨਾਂ ਦੀ ਬਿਰਤੀ ਆ। ਸਰਬੱਤ ਦਾ ਭਲਾ ਚਾਹੁੰਦੇ ਆ ਅਤੇ ਖੁਸ਼ੀਆਂ ਵੰਡਾਉਂਦੇ ਵੀ ਆ, ਮਿਲਦੇ ਵੀ ਆ ਅਤੇ ਲੋਕਾਂ ਦੇ ਲਈ ਉਹ ਖੁਸ਼ੀਆਂ ਲੈ ਕੇ ਝੋਲੀਆਂ ਭਰ ਵੰਡਦੇ। ਬਿਲਕੁਲ ਜੀ। ਉਹ ਜਿੱਦਾਂ ਸਾਡੇ ਬਜ਼ੁਰਗ ਕਹਿੰਦੇ ਨੇ ਨਾ, ਰੱਜ ਭੋਜਨ ਖਾਓ ਮੇਰੇ ਪਿਆਰਿਓ। ਰੱਜ ਕੇ ਖਾਈਦੇ ਨੇ। ਰੱਜ ਖਾਂਦੇ ਤੇ ਰੱਜ ਖਵਾਉਂਦੇ ਆ। ਰੱਜ ਕੇ ਬਾਅਦ ਦੱਬ ਕੇ ਬਾਅਦ ਰੱਜ ਕੇ ਖਾ। ਕਮਾਲ ਹੋ ਗਈ। ਡੂੰਗਾ ਵਾਲਾ ਹਲਵੇ ਤੇਰੀ ਘਰੇ ਨੌਕਰੀ। ਬਿਲਕੁਲ ਸਹੀ। ਚਲੋ ਫਿਰ ਅੱਗੇ ਵੱਧਦੇ ਹਾਂ। ਜੀ ਜ਼ਰੂਰ। ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਦਾ ਸਾਰਾ ਯੁੱਗ ਹੈ। ਸੋਸ਼ਲ ਮੀਡੀਆ ਦਾ ਵਧੀਆ ਇਸਤੇਮਾਲ ਵੀ ਹੈ ਅਤੇ ਮਾੜਾ ਇਸਤੇਮਾਲ ਵੀ ਹੈ। ਹਰ ਚੀਜ਼ਾਂ ਦੇ ਦੋ ਪਹਿਲੂ ਨੇ, ਸਿੱਕੇ ਦੇ ਦੋ ਪਹਿਲੂ ਨੇ। ਸੋ ਸੋਸ਼ਲ ਮੀਡੀਆ ਜਿੱਥੇ ਸਾਨੂੰ ਆਪਸ 'ਚ ਜੋੜਦਾ ਹੈ, ਜਿੱਦਾਂ ਸੱਥ ਹੈ ਨਾ ਪਿੰਡ ਦੀ, ਜਿਵੇਂ ਸੱਥ ਦੇ ਉੱਤੇ ਬਹਿ ਕੇ ਸਾਰੇ ਗੱਲਾਂ ਕਰਦੇ ਨੇ, ਉਵੇਂ ਸੋਸ਼ਲ ਮੀਡੀਆ ਸੱਥ ਥੱਲੇ ਬੈਠੇ ਬੁੜੇ ਨਹੀਂ ਹੁੰਦੇ। ਬਿਲਕੁਲ ਸਹੀ ਹੈ। ਐਨਕਾਂ ਇਹ ਹੁੰਦੀਆਂ ਕਿ ਉਹ ਸੱਥ ਜਿਹੜੀ ਹੈਗਾ ਅੱਜ ਦਾ ਸੋਸ਼ਲ ਮੀਡੀਆ। ਸਹੀ। ਬੁੜਿਆਂ ਨੂੰ ਸਾਰਾ ਪਤਾ ਹੁੰਦਾ ਕਿਹੜੀ ਗਲੀ 'ਚ ਕੌਣ ਆਇਆ, ਕਿਹਦੇ ਘਰ ਚੋਰੀ ਹੋ ਗਈ, ਕਿਹਦੇ ਘਰ ਦੀ ਨੌਂ ਬਾਹਰ ਚਲੀ ਗਈ ਰੁੱਸ ਕੇ। A to Z ਉਹਨਾਂ ਨੂੰ ਪਿੰਡ ਦੀ ਇੱਕ ਚੀਜ਼ ਦਾ ਭੇਦ ਉਹਨਾਂ ਦੇ ਅੰਦਰ। ਕਈ ਵਾਰ ਕੀ ਹੁੰਦਾ, ਇਹ ਪੁਰਾਣੇ CCTV ਕੈਮਰੇ ਨੇ, ਲੋਕਾਂ ਨੇ ਕਿਹਾ ਹੋਣਾ ਉੱਤੇ ਰੱਖਦੇ ਨੇ CCTV ਕੈਮਰੇ। ਸੋ ਸੋਸ਼ਲ ਮੀਡੀਆ ਦਾ ਨਾ ਕਾਫੀ ਜ਼ਿਆਦਾ ਕੂੜ ਪ੍ਰਚਾਰ ਅਮਰੀਕਾ ਦੇ ਵਿੱਚ ਵੀ ਹੋ ਰਿਹਾ। ਜਦੋਂ ਅਸੀਂ ਦੇਖਦੇ ਹਾਂ ਟ੍ਰੋਲਿੰਗ ਹੁੰਦੀ ਹੈ, ਕਿਸੇ ਦੀ ਲੱਤ ਖਿੱਚੀ ਜਾਂਦੀ ਹੈ, ਉਹ ਚੀਜ਼ ਬੜੀ ਹੋ ਰਹੀ ਹੈ। ਅਤੇ ਸੋਸ਼ਲ ਮੀਡੀਆ ਦੇ ਉੱਤੇ ਅਮਰੀਕਾ ਦੇ ਕਈ ਸਕੂਲਾਂ ਨੇ, ਕਿੰਨਾ ਕੰਪਨੀਆਂ ਦੇ ਉੱਤੇ ਕੇਸਿਸ ਵੀ ਕੀਤੇ ਨੇ ਕਿ ਤੁਸੀਂ ਬਾਜ਼ ਆ ਜਾਓ, ਕਿਉਂਕਿ ਬੱਚਿਆਂ ਦੇ ਦਿਮਾਗੀ ਸਿਹਤ ਦੇ ਉੱਤੇ, ਦਿਮਾਗੀ ਤਵਾਜ਼ੁਨ ਦੇ ਉੱਤੇ ਮਾੜਾ ਅਸਰ ਪੈਂਦਾ ਤੁਹਾਡੇ ਕੂੜ ਪ੍ਰਚਾਰ ਕਾਰਨ। ਔਰ ਇਹ ਮਾਮਲਾ ਭਖਿਆ ਹੋਇਆ ਅਮਰੀਕਾ ਦੇ ਵਿੱਚ ਸੋਸ਼ਲ ਮੀਡੀਆ ਨੂੰ ਲੈ ਕੇ। ਵੈਸੇ ਤਾਂ ਸਾਰੇ ਦੇਸ਼ਾਂ ਵਿੱਚ ਇਹਦਾ ਜਿਹੜਾ ਪ੍ਰਭਾਵ ਹੈ ਮਾੜਾ ਪੈ ਰਿਹਾ, ਬੱਚਿਆਂ 'ਤੇ ਖਾਸ ਕਰਕੇ। ਬੱਚਿਆਂ ਦੀ ਗਰੋਥ ਹੈ, ਬੱਚਿਆਂ ਨੇ ਸੋਚਣਾ, ਪੜ੍ਹਨਾ ਔਰ ਬੜਾ ਕੁਛ ਉਹਨਾਂ ਦਾ ਕੰਸੈਪਟ ਬਣ ਰਿਹਾ, ਬੁਨਿਆਦ ਬਣ ਰਹੀ ਹੈ ਜ਼ਿੰਦਗੀ ਦੀ। ਪਰ ਜਿਹੜਾ ਅਮਰੀਕਾ ਨੇ ਇਸ ਵੇਲੇ ਇਹਦੇ 'ਤੇ ਮੁੱਦਾ ਚੁੱਕ ਲਿਆ, ਉਹਨਾਂ ਨੇ ਬੜੇ ਸੈਂਸਿਟਿਵਲੀ ਤੌਰ 'ਤੇ ਇਸ ਚੀਜ਼ ਨੂੰ ਜਿਹੜਾ ਮੱਦੇਨਜ਼ਰ ਰੱਖਿਆ। ਔਰ ਉਹਦੇ 'ਚ ਸਿਆਟਲ ਸਕੂਲ ਜਿਹੜੇ ਹਨ ਉਹਨਾਂ ਨੇ ਜਾਚਕਾ ਦਾਇਰ ਕੀਤੀ ਆ ਜ਼ਿਲ੍ਹਾ ਜਿਹੜੀ ਨਿਆਂ ਆ ਜਿਹੜੀ ਕੋਰਟ ਆ ਉਹਦੇ ਵਿੱਚ। ਔਰ 91 ਪੇਜਾਂ ਦੀ ਜਿਹੜੀ ਉਹ ਰਿਪੋਰਟ ਬਣਾ ਕੇ ਪੇਸ਼ ਕਰਤੀ ਆ। ਉਹਨਾਂ ਨੇ ਕਿਹਾ ਕਿ ਜਿਹੜੇ ਬੱਚਿਆਂ ਦੀ ਗਰੋਥ ਹੋ ਰਹੀ ਹੈ ਇਹਦੇ ਵਿੱਚ ਬੜਾ ਮੰਦਾ ਪ੍ਰਭਾਵ ਪੈ ਰਿਹਾ।
ਸੋਸ਼ਲ ਮੀਡੀਆ ਦੇ ਵਿੱਚ ਇੰਸਟਾਗ੍ਰਾਮ ਆ ਗਿਆ, ਉਹਦੇ 'ਚ ਫੇਸਬੁੱਕ ਆ ਗਈ, ਉਹਦੇ ਵਿੱਚ ਵਟਸਐਪ ਉਹਦੇ 'ਚ ਆ ਗਿਆ, ਔਰ ਇਹਦੇ 'ਚ ਜਿਹੜੇ ਵੀ ਐਕਸਚੇਂਜ ਹੁੰਦੇ ਸੀ ਟਿਕਟੌਕ ਦੀ ਕੁਛ ਇਹ ਵੀ ਇੱਦਾਂ ਦੀਆਂ ਛੋਟੀਆਂ ਗੱਲਾਂ ਜਿਹੜੀਆਂ ਹੈਗੀਆਂ। ਔਰ ਉਹਨਾਂ ਨਾਲ ਸੋਸ਼ਲ ਮੀਡੀਆ ਨੇ ਬੱਚਿਆਂ ਦੇ ਵਿੱਚ ਉਹਨਾਂ ਦੀ ਗਰੋਥ ਅਤੇ ਉਹਨਾਂ ਦੀ ਮਾਨਸਿਕ ਪਰੇਸ਼ਾਨੀ ਨੂੰ ਇੰਨਾ ਵਧਾ ਦਿੱਤਾ, ਕੋਈ ਇੱਕ ਫਿਜ਼ੀਕਲ ਗਰੋਥ ਵੀ ਘੱਟ ਜਾਂਦੀ ਹੈ। ਬੱਚੇ ਜਦੋਂ ਬੈਠੇ ਉਹਦੇ 'ਤੇ ਲੱਗੇ ਰਹਿੰਦੇ ਆ ਔਰ ਇਹਦੇ ਵਿੱਚ ਸ਼ੇਅਰ ਕਰਦੇ ਰਹਿੰਦੇ ਲੋਕਾਂ ਨਾਲ, ਬੱਚਿਆਂ ਨਾਲ, ਉਹਨਾਂ ਨਾਲ ਸਾਰਾ ਕੁਛ। ਇਹ 'ਚ ਇਨਫੋਰਮੇਸ਼ਨ ਘੱਟ ਹੁੰਦੀ ਹੈ, ਇਹਦੇ 'ਚ ਖਲਾਰਾ ਜ਼ਿਆਦਾ ਹੁੰਦਾ। ਔਰ ਉਹਨਾਂ ਨੇ ਇਹ ਕਿਹਾ ਕਿ ਬੱਚਿਆਂ ਦੀ ਜਿਹੜੀ ਗਰੋਥ ਉਹ 'ਤੇ ਰੋਗੀ ਆ। ਔਰ ਉਹਨਾਂ ਨੇ ਜਿੰਨੇ ਵੀ ਸਾਈਕੋਲੋਜਿਸਟ ਆ ਇਕੱਠੇ ਕੀਤੇ ਆ, ਉਹਨਾਂ ਨੇ ਰਿਪੋਰਟ ਤਿਆਰ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ 40% ਬੱਚੇ ਜਿਹੜੇ ਆ ਵਿਗੜ ਚੁੱਕੇ ਆ ਔਰ ਮਨਮਾਨੀ ਕਰ ਰਹੇ ਆ। ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਅਮਰੀਕਾ ਦੇ ਵਿੱਚ ਬੱਚਿਆਂ ਦੇ ਸਕੂਲ ਜਿਹੜੇ ਆ ਉਹਨਾਂ ਦੇ ਟੀਚਰਸ ਨੂੰ ਇਹਨਾਂ ਨੇ ਸਮਝਾਤਾ ਕਿ ਬੱਚਿਆਂ ਨੂੰ ਇਸ ਗੱਲ ਤੋਂ ਗਰੇਜ਼ ਕਰਨਾ ਚਾਹੀਦਾ। ਨਾਲ ਜਿਹੜੇ ਮੋਬਾਈਲ ਉਹਨਾਂ 'ਤੇ ਰੋਕ ਲਾਤੀ ਆ। ਜਿਹੜੇ ਵੀ ਬੱਚੇ ਐਂਟਰੀ ਕਰਨਗੇ ਸਕੂਲ ਦੇ ਅੰਦਰ, ਉਹਨਾਂ ਦੇ ਅੱਗੇ ਜਿਹੜੇ ਉਹਨਾਂ ਦੇ ਸਿਕਿਉਰਿਟੀ ਮੈਨ ਨੇ ਉਹ ਉਹਨਾਂ ਨੂੰ ਉੱਥੋਂ ਵੇਖਣਗੇ, ਟੋਣਗੇ, ਉਸ ਤੋਂ ਬਾਅਦ ਜਿਹੜਾ ਮੋਬਾਈਲ ਆ ਰੱਖ ਲੈਣਗੇ। ਮੋਬਾਈਲ ਦਾ ਤਾਂ ਹੈਗਾ ਕਿ ਟਰੇਸ ਕਰਨ ਲਈ ਬੱਚਾ ਸੌਖਾ ਹੋ ਜਾਂਦਾ, ਮਾਂ ਪਿਓ ਦੇ ਕੇ ਭੇਜਦੇ ਸੀਗੇ, ਪਰ ਮਾਂ ਪਿਓ ਨੂੰ ਇੰਸਟਰਕਸ਼ਨਾਂ ਦੇ ਦਿੱਤੀਆਂ ਉਹਨਾਂ ਨੇ ਸਿੱਧੀਆਂ ਕਿ ਕੋਈ ਬੱਚਾ ਜਦੋਂ ਮੋਬਾਈਲ ਲੈ ਕੇ ਆਉਂਦਾ ਉਹਨੂੰ ਨਾ ਦਿਓ। ਬੱਚਾ ਸਿੱਧਾ ਇੱਥੇ ਆਊ, ਸਿੱਧਾ ਜਾਊਗਾ ਘਰ, ਜਿਹੜਾ ਉਹਨੂੰ ਤੁਸੀਂ ਉਹਦੇ ਤੋਂ ਦੂਰ ਰੱਖਣਾ ਉਹ ਤੁਹਾਡੀ ਡਿਊਟੀ ਹੈ। ਬਾਕੀ ਸਕੂਲ ਦੇ ਵਿੱਚ ਹੈਗਾ, ਈਵਨ ਮਾਸਟਰ ਜਿਹੜੇ ਟੀਚਰ ਨੇ ਉੱਥੇ ਉਹਨਾਂ ਨੇ ਵੀ ਇੰਸਟਰਕਸ਼ਨਾਂ ਦਿੱਤੀਆਂ, ਹਦਾਇਤਾਂ ਦਿੱਤੀਆਂ ਵੀ ਤੁਸੀਂ ਮੋਬਾਈਲ ਨਹੀਂ ਲਓਗੇ। ਜਿਸ ਤਰ੍ਹਾਂ ਪੰਜਾਬ ਦੇ ਪਿੰਡਾਂ 'ਚ ਅੱਗੇ ਸਕੂਲਾਂ 'ਚ ਮੋਬਾਈਲ ਲੈ ਕੇ ਜਾਂਦੇ ਸੀ ਅਤੇ ਜਿਹੜੀਆਂ ਟੀਚਰ ਸੀ ਉਹ ਵਿਚਾਰੀਆਂ ਆਪਣੀਆਂ ਉੱਥੇ ਨਾ ਉਹ ਸਵੈਟਰ ਬੁਣਦੀਆਂ, ਨਾਲ ਗੱਲਾਂ ਕਰੀ ਜਿਹੜੀਆਂ, ਨਾਲ ਸਿਲਾਈਆਂ ਮਾਰੀ ਜਾਣੀਆਂ। ਇਹ ਹੁਣ ਸਾਰੀਆਂ ਚੀਜ਼ਾਂ ਨੇ ਰੋਕ ਦਿੱਤੀਆਂ। ਪਰ ਬੇਸਿਕਲੀ ਜਿਹੜੇ ਸਕੈਟਿਸਟ ਨੇ ਉਹਨਾਂ ਨੇ ਜਾ ਕੇ ਪਤਾ ਕੀਤਾ ਹੈਗਾ ਬੱਚਿਆਂ ਦੇ ਉੱਤੇ ਇਹ ਜਿਹੜਾ ਅਡੋਲਸੈਂਟ ਪੀਰੀਅਡ ਆ, ਜਿਹਨੂੰ ਕਿਸ਼ੋਰ ਅਵਸਥਾ ਕਹਿੰਦੇ ਆ, ਜਿਸ 'ਚ ਬੱਚੇ ਗਰੋਥ ਕਰ ਰਹੇ ਆ, ਜਿਹਦੇ ਵਿੱਚ ਇਹ 19 ਤੱਕ ਜਾਂਦੀ ਹੈ ਜੀ, ਜਿਹਦੇ ਨਾਲ ਜਦੋਂ ਹੁੰਦਾ ਨਾ ਅਤੇ 7-8 ਸਾਲ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ। ਬੱਚੇ ਦੀ ਗਰੋਥ ਬੜੀ ਫਾਸਟ ਹੁੰਦੀ ਇਹਦੇ 'ਚ, ਬੜੇ ਇਮੈਜੀਨੇਸ਼ਨ ਆਉਂਦੇ ਬੱਚੇ ਦੇ ਮਨ 'ਚ, ਬੜੇ ਕਨਸੈਪਟ ਬਣਦੇ ਆ, ਕਈ ਤੋੜਦਾ ਕਈ ਢਾਉਂਦਾ। ਔਰ ਇਹਨੂੰ ਬੱਚੇ ਨੂੰ ਸੰਭਾਲਣ ਲਈ ਮਾਂ ਪਿਓ ਦਾ ਔਰ ਟੀਚਰ ਦਾ ਬਹੁਤ ਵੱਡੀ ਯੋਗਦਾਨ ਹੁੰਦਾ, ਕਿਉਂਕਿ ਬੜੀ ਕੱਚੀ ਉਮਰ ਹੁੰਦੀ ਹੈ। ਜੋ ਬੱਚੇ ਨੂੰ ਉਹਨੂੰ ਉੱਥੇ ਆਦਤਾਂ ਪੈ ਗਈਆਂ ਕਦੇ ਨਹੀਂ ਛੁੱਟ ਸਕਦੀਆਂ। ਉਦੋਂ ਫਿਜ਼ੀਕਲ ਗਰੋਥ ਵੀ ਬਹੁਤ ਹੁੰਦੀ ਹੈ। ਸਾਈਕੋਲੋਜਿਸਟ ਦੱਸਦੇ ਆ ਕਿ ਜਿਹੜੀ ਲੜਕੀਆਂ ਨੇ, ਫੀਮੇਲ ਆ, ਇਹਨਾਂ ਦੀ ਗਰੋਥ ਬੜੀ ਫਾਸਟ ਹੁੰਦੀ ਹੈ ਔਰ ਫਾਸਟ ਹੋਣ ਤੋਂ ਬਾਅਦ ਇਹ ਬੱਚੇ ਜਿਹੜੇ ਆ ਇਹ ਸਲੋਲੀ ਜਿਹੜਾ ਵੱਧਦੇ ਆ, ਜਿਹੜੇ ਮੇਲ ਹੈਗੇ ਆ। ਪਰ ਆਂਦੇ ਇਹਨਾਂ ਨੂੰ ਸੰਭਾਲਣਾ ਉਦੋਂ ਬਹੁਤ ਜ਼ਰੂਰੀ ਆ, ਕਿਉਂਕਿ ਇਹਨਾਂ ਦੇ ਕਨਸੈਪਟ ਇੱਦਾਂ ਦੇ ਹੋਣੇ, ਮਜ਼ਬੂਤ ਕਨਸੈਪਟ ਹੋਣੇ ਚਾਹੀਦੇ ਆ, ਗਰੋਥ ਅੱਛੀ ਹੋਣੀ ਚਾਹੀਦੀ ਆ, ਰਾਈਟਿੰਗ ਵਧੀਆ ਹੋਣੀ ਚਾਹੀਦੀ ਆ। ਸਾਈਕੋਲੋਜਿਸਟ ਇਹ ਵੀ ਦੱਸਦੇ ਆ ਜਿਹਦੀ ਰਾਈਟਿੰਗ ਜਿਹੜੀ ਇੰਨੀ ਫਾਸਟ ਲਿਖਦੇ ਆ ਅਤੇ ਉਹਦੇ ਵਿੱਚ ਨਹੀਂ ਪਤਾ ਲੱਗਦਾ, ਉਹ ਜਿੱਦਾਂ ਡਾਕਟਰ ਦੀ ਰਾਈਟਿੰਗ ਜਿਹੜੀ ਆ ਉਹ ਕੈਮਿਸਟਰੀ ਪੜ੍ਹਦਾ, ਦੂਜਾ ਨਹੀਂ ਪੜ੍ਹ ਸਕਦਾ। ਇਸੇ ਤਰ੍ਹਾਂ ਇਹਨਾਂ ਨੇ ਕਿਹਾ ਕਿ ਬੱਚਿਆਂ ਦੀ ਰਾਈਟਿੰਗ ਜਿਹੜੀ ਹੈ ਇਹ ਤੋਂ ਆਇਡੈਂਟੀਫਾਈ ਹੁੰਦਾ ਕਿ ਅੱਛੇ IQ ਦਾ ਬੱਚਾ ਹੈ। ਔਰ ਅਮਰੀਕਾ 'ਚ ਸਾਡੇ ਜਿਹੜੇ ਪ੍ਰਵਾਸੀ ਭਾਰਤੀ ਬੈਠੇ ਨੇ, ਇਹਨਾਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਵੱਲ ਵੀ ਉਸੇ ਤਰ੍ਹਾਂ ਦਾ ਖਿਆਲ ਦੇਣ ਜੋ ਕੁਝ ਸਕੂਲ ਟੀਚਰ ਕਹਿੰਦੇ ਆ, ਕਿਉਂਕਿ ਸਕੂਲ ਦੇ ਵਿੱਚ ਹਦਾਇਤਾਂ ਆ ਗਈਆਂ, ਨੋਟਿਸ ਬੋਰਡ 'ਤੇ ਬਾਕਾਇਦਾ ਤੌਰ 'ਤੇ ਲਿਖਿਆ ਜਾਂਦਾ ਜਦੋਂ ਬੱਚਾ ਐਂਟਰੀ ਕਰਦਾ। ਔਰ ਪੇਰੈਂਟਸ ਟੀਚਰ ਮੀਟਿੰਗ ਜਿਹੜੀ ਹੁੰਦੀ ਆ ਉਹਦੇ 'ਚ ਵੀ ਇਹਨਾਂ ਨੂੰ ਯੋਗਦਾਨ ਪਾਉਣਾ ਚਾਹੀਦਾ, ਬਾਕਾਇਦਾ ਤੌਰ 'ਤੇ ਜਾਣਾ ਚਾਹੀਦਾ ਅਤੇ ਬੱਚੇ ਦੀ ਗਰੋਥ ਦਾ, ਉਹਦੇ ਸਟੱਡੀ ਦਾ, ਉਹਦਾ ਸਾਰਾ ਜਿਹੜਾ ਕਾਰਡ ਬਣਦਾ ਉਹਦਾ ਪਤਾ ਰੱਖਣਾ ਚਾਹੀਦਾ ਕਿ ਬੱਚਾ ਕਿੱਧਰ ਨੂੰ ਮੂਵ ਕਰ ਰਿਹਾ। ਇਹ ਗੱਲਾਂ ਜਿਹੜੀਆਂ ਤੁਸੀਂ ਹੁਣ ਪੁੱਛਿਆ ਸੀ, ਆਹ ਗੱਲ ਇਹ ਹੈ। ਔਰ ਮੇਰਾ ਖਿਆਲ ਹੈ ਇੰਡੀਆ ਜੇ ਇਸ ਗੱਲ ਤੋਂ ਪਿੱਛੇ ਆ, ਕਿਉਂਕਿ ਅਸੀਂ ਪਿੱਛੇ ਬਹੁਤ ਰਹਿੰਦੇ ਹਾਂ। ਬਾਕੀ ਗੱਲਾਂ ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਉਦੋਂ ਅਸੀਂ ਵੇਖਦੇ ਹਾਂ। ਹੁਣ ਬੱਚੇ ਕਿਉਂ ਵਿਗੜੇ ਪਏ ਇੱਥੇ? ਜਵਾਨ ਜਿਹੜੇ ਬੱਚੇ ਨੇ ਉਹ ਕਿਸੇ ਦੀ ਅੱਖ ਨਹੀਂ ਮੰਨਦੇ, ਨਸ਼ਿਆਂ ਵਾਲੇ ਪਾਸੇ ਚਲੇ ਗਏ, ਮਨਮਾਨੀ ਆਪਣੀ ਕਰਦੇ ਆ। ਸਿਰਫ ਅਤੇ ਸਿਰਫ ਇਹ ਗੱਲ ਹੈਗਾ ਕਿ ਜਦੋਂ ਅਡੋਲਸੈਂਟ ਪੀਰੀਅਡ ਅਸੀਂ ਸੰਭਾਲਿਆ ਨਹੀਂ ਇਹਨਾਂ ਨੂੰ, ਜਦੋਂ ਤੱਕ ਬੱਚਿਆਂ ਨੂੰ ਹਦਾਇਤਾਂ ਦੇ ਕੇ ਸੰਭਾਲਿਆ ਜਾਵੇ, ਪਿਆਰ ਵੀ ਉਦੋਂ ਮੰਗਦੇ ਆ, ਗੁੱਸੇ ਨਾਲ ਵੀ ਜਿਹੜੇ ਮੰਨਦੇ ਆ, ਕਈ ਚੀਜ਼ਾਂ ਉਦੋਂ ਚਾਹੀਦੀਆਂ ਹੈਗੀਆਂ। ਮਾਂ ਪਿਓ ਨੂੰ ਬੱਚੇ ਨੂੰ ਸੰਭਾਲਣਾ ਬੜਾ ਔਖਾ ਇੱਕ ਵੱਡਾ ਕੰਮ ਹੁੰਦਾ। ਔਰ ਟੀਚਰ ਤਾਂ ਹੈ ਹੀ ਆ, ਟੀਚਰ ਕੋਲ ਥੋੜ੍ਹੀ ਦੇਰ ਰਹਿੰਦਾ, ਬਾਕੀ ਤਾਂ ਪੇਰੈਂਟਸ ਕੋਲ ਰਹਿੰਦਾ। ਔਰ ਮੇਰਾ ਖਿਆਲ ਹੈ ਸਾਡੇ ਦਰਸ਼ਕਾਂ ਲਈ ਬਹੁਤ ਵੱਡਾ ਸਾਂਝ ਦਾ ਕੰਮ ਹੋਊਗਾ ਜੇ ਅਸੀਂ ਸਾਰੇ ਜਾਣੇ ਰਲ ਕੇ, ਚਾਹੇ ਇੰਡੀਆ 'ਚ ਬੈਠੇ ਨੇ, ਚਾਹੇ ਇੰਗਲੈਂਡ 'ਚ ਬੈਠੇ ਆ, ਚਾਹੇ ਅਮਰੀਕਾ 'ਚ ਬੈਠੇ ਆ, ਇਹ ਸਾਂਝਾ ਸੁਨੇਹਾ ਹੈ ਕਿ ਬੱਚਿਆਂ ਨੂੰ ਸੰਭਾਲੋ ਅਤੇ ਉਹਦੇ ਨਾਲ ਦੇਸ਼ ਵੀ ਸੰਭਾਲਿਆ ਜਾਊਗਾ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਬੱਚੇ ਮੈਂ ਜ਼ਿਆਦਾ ਨਹੀਂ ਬੋਲ ਗਿਆ ਖੰਨਾ ਜੀ? ਠੀਕ ਬੋਲ ਗਿਆ ਤੁਸੀਂ? ਹਾਂ, ਮੈਂ ਤੁਸੀਂ ਕਹਿਣਾ ਕਿ ਇੱਕ ਵਿਸ਼ੇ 'ਤੇ, ਕਿਉਂਕਿ ਮੈਂ ਸਾਈਕੋਲੋਜੀ ਪੜ੍ਹੀ ਵੀ ਹੈ, ਟੀਚਰ ਵੀ ਰਿਹਾ, ਤਦ ਕਰਕੇ ਮੈਨੂੰ ਥੋੜ੍ਹਾ ਬਹੁਤ ਇਹਦੇ ਬਾਰੇ ਬੁਨਿਆਦੀ ਪਤਾ। ਨਹੀਂ, ਇੰਨਾ ਬੋਲਣਾ ਹੀ ਚਾਹੀਦਾ, ਬਿਕੋਜ਼ ਬੱਚੇ ਸਾਡਾ ਫਿਊਚਰ ਨੇ। ਜੀ ਜੀ ਜੀ, ਬੱਚਿਆਂ ਨੂੰ ਸੰਭਾਲੋਗੇ ਤਾਂ ਸਹੀ ਰਹੋਗੇ। ਕਿਉਂਕਿ ਮੈਂ ਕਈ ਵਾਰ ਦੇਖਦਾ ਨਾ, ਕਿਉਂਕਿ ਹੁਣ ਵਿਸ਼ਾ ਲੰਬਾ ਹੋ ਰਿਹਾ, ਇੱਕ ਛੋਟੀ ਜਿਹੀ ਗੱਲ, ਕੰਪਨੀਆਂ ਐਡਵਰਟੀਜ਼ਮੈਂਟਸ ਇੱਦਾਂ ਬਣਾਉਂਦੀਆਂ ਨੇ ਕਿ ਬੱਚਿਆਂ ਦੇ ਦਿਮਾਗ ਨੂੰ ਨਾ ਆਪਣੇ ਕਾਬੂ 'ਚ ਕਰ ਲਓ। ਉਹ ਕੀ ਕਹਿੰਦੀਆਂ ਨੇ? ਚਿਲਡਰਨ ਆਰ ਆਵਰ ਫਿਊਚਰ ਕਲਾਇੰਟਸ। ਮਤਲਬ ਤੁਸੀਂ ਬਚਪਨ ਖਤਮ ਕਰ ਦਿੱਤਾ, ਉਹਨਾਂ ਨੂੰ ਕਲਾਇੰਟਸ ਕਹਿੰਦੇ ਪਏ ਹੋ, ਤੁਹਾਡੇ ਬੱਚੇ ਨੇ ਉਹ। ਉਹਨਾਂ ਚੀਜ਼ਾਂ ਵੇਚਣੀਆਂ, ਮਿੱਠੀਆਂ ਖੱਟੀਆਂ ਸਾਰੀਆਂ ਚੀਜ਼ਾਂ ਵੇਚ ਕੇ ਬੱਚੇ ਬਿਮਾਰ ਕਰਨੇ। ਬਿਲਕੁਲ ਸਹੀ ਹੈ। ਸੋ ਅੱਗੇ ਆਪਾਂ ਚੱਲਦੇ ਹਾਂ। ਜ਼ਰੂਰ। ਰਾਹੁਲ ਗਾਂਧੀ ਕਹਿੰਦੇ ਨੇ ਕਿ ਅਸੀਂ ਨਫ਼ਰਤ ਦੇ ਬਾਜ਼ਾਰ ਦੇ ਵਿੱਚ ਮੁਹੱਬਤ ਦੀ ਦੁਕਾਨ ਖੋਲ੍ਹਣ ਆਏ ਹਾਂ। ਸੋ ਬਾਕੀ ਤੇ ਉਹ ਮੁੱਦੇ ਉਹੀ ਲੈ ਰਹੇ ਨੇ, GST, ਨੋਟਬੰਦੀ ਵਗੈਰਾ।
ਭਾਰਤ ਜੋੜੋ ਯਾਤਰਾ ਦੇ ਵਿੱਚ ਇਹ ਗੱਲ ਸਾਰ ਹੋ ਰਹੀ ਹੈ ਤੇ ਭਾਰਤ ਜੋੜੋ ਯਾਤਰਾ ਅੱਜ ਕੱਲ੍ਹ ਚੱਲਦੀ ਪਈ ਹੈ ਪੰਜਾਬ ਦੇ ਵਿੱਚ। ਕਹਿੰਦੇ ਖਾਣਿਆਂ ਦਾ ਵੀ ਕਾਫੀ ਲੁਤਫ ਚੁੱਕ ਰਹੇ ਨੇ ਪੰਜਾਬ ਦੇ ਖਾਣਿਆਂ ਦਾ, ਮੌਸਮ ਦੇ ਮੁਤਾਬਿਕ ਇਹ ਵੀ ਨਿਊਜ਼ ਵਾਇਰਲ ਹੈ। ਬਟ ਇਹ ਮੁਹੱਬਤ ਦੀ ਦੁਕਾਨ ਖੋਲ੍ਹਣ ਆਏ ਨੇ ਨਫ਼ਰਤ ਦੀ ਦੁਨੀਆ ਦੇ ਵਿੱਚ, ਨਫ਼ਰਤ ਦੇ ਬਾਜ਼ਾਰ ਦੇ ਵਿੱਚ, ਇਹ ਗੱਲ ਜ਼ਰਾ ਸਮਝਾਓ। ਮੇਰਾ ਖਿਆਲ ਇਹਨਾਂ ਦਾ ਵਿਅੰਗ ਤਾਂ ਸਰਕਾਰ 'ਤੇ ਹੈਗਾ ਕਿ ਜਦੋਂ ਮੁਹੱਬਤ ਦੀ ਦੁਕਾਨ ਖੋਲ੍ਹਾਂਗੇ, ਇਸ ਕਰਕੇ ਕਿ ਜਿੱਥੇ ਨਫ਼ਰਤ ਫੈਲ ਚੁੱਕੀ ਹੈ ਔਰ ਇਹਦੇ ਵਿੱਚ ਇਹਨਾਂ ਦਾ ਕਹਿਣ ਦਾ ਭਾਵ ਤਾਂ ਇਹੀ ਹੈ ਕਿ ਅਸੀਂ ਹੁਣ ਦੁਬਾਰਾ ਜਦੋਂ ਅਸੀਂ ਦੇਸ਼ ਦੀ ਵਾਗਡੋਰ ਸੰਭਾਲਾਂਗੇ ਜਾਂ ਕੁਝ ਕਰਾਂਗੇ ਤਾਂ ਇਹਦੇ ਵਿੱਚ ਕਈ ਰੱਦੋ ਬਦਲ ਕਰਾਂਗੇ ਜੋ ਇਸ ਵੇਲੇ ਪ੍ਰਵੇਲ ਕਰ ਚੁੱਕੀਆਂ। ਉਹਨਾਂ ਨੂੰ ਦੂਰ ਕਰਨ ਲਈ ਸਾਡੀ ਸਰਕਾਰ ਬਹੁਤ ਦੂਰ ਤੱਕ ਕੋਸ਼ਿਸ਼ ਕਰੂਗੀ ਔਰ ਇਹਨਾਂ ਨੇ ਹੁਣ ਡੋਰ ਟੂ ਡੋਰ, ਮੈਨ ਟੂ ਮੈਨ ਇੱਕ ਮੁਹਿੰਮ ਚਲਾਈ ਹੈ, ਲੋਕਾਂ ਨੂੰ ਮਿਲੇ ਘਰੋਂ ਘਰ ਜਾ ਕੇ ਔਰ ਉਹਦੇ ਵਿੱਚ ਪੂਰੀ ਪਾਰਟੀ ਪਹਿਲਾਂ ਤਾਂ ਨਤਮਸਤਕ ਹੋਏ ਆ ਗੁਰਦੁਆਰਾ ਸਾਹਿਬ ਜਿੱਥੇ ਜਿੱਥੇ ਵੀ ਗਏ ਨੇ ਔਰ ਸਭ ਤੋਂ ਵੱਡੀ ਯਾਤਰਾ ਇਹਨਾਂ ਦੀ ਅੰਮ੍ਰਿਤਸਰ ਦੀ ਆ। ਹਰਿਮੰਦਰ ਸਾਹਿਬ ਇਹਨਾਂ ਨੇ ਮੱਥਾ ਟੇਕਿਆ ਔਰ ਉੱਥੇ ਅਰਦਾਸ ਕੀਤੀ ਹੈ ਕਿ ਮੇਰੇ ਆਉਣ ਵਾਲੇ ਦਿਨ ਜਿਹੜੇ ਆ ਉਹ ਬਿਲਕੁਲ ਇਸੇ ਤਰ੍ਹਾਂ ਦੇ ਹੋਣ ਤਾਂ ਕਿ ਮੈਂ ਦੇਸ਼ ਦੀ ਜਿਹੜੀ ਵਾਗਡੋਰ ਸੰਭਾਲ ਸਕਾਂ। ਇਹੀ ਗੱਲ ਉਹਨਾਂ ਦੀ ਹੈ ਸੀ। ਪਰ ਹੁਣ ਇਹਨਾਂ ਨੇ ਆ ਕੇ ਲੁਧਿਆਣੇ ਆ ਕੇ ਇਹਨਾਂ ਨੇ ਜਿਹੜਾ ਆਪਣੀ ਉੱਥੇ ਭਾਸ਼ਣ ਕੀਤਾ ਉਹਦੇ ਵਿੱਚ ਇਹਨਾਂ ਨੇ ਇਹੀ ਕਿਹਾ ਕਿ ਇੱਥੋਂ ਦੀ ਇੰਡਸਟਰੀ ਖਸਤਾ ਹੋ ਗਈ, ਸਾਰੀ ਦੂਰ ਚਲੇ ਗਈ ਹੈ। ਕਹਿੰਦਾ ਚਾਈਨਾ ਦੇ ਅੱਗੇ ਅਸੀਂ ਗੋਡੇ ਨਹੀਂ ਟੇਕਾਂਗੇ ਜੇ ਅਸੀਂ ਫਿਰ ਦੁਬਾਰਾ ਇੰਡਸਟਰੀ ਨੂੰ ਸਰਜੀਤ ਕਰ ਲਈਏ। ਉੱਥੋਂ ਦੀ ਜਿਹੜੀ ਐਸੋਸੀਏਸ਼ਨ ਹੈ ਇੰਡਸਟਰੀਲਿਸਟ ਜਿਹੜੇ ਹੈਗੇ ਉਹ ਮਿਲੇ ਇਹਨਾਂ ਨੂੰ, ਮਿਲ ਕੇ ਉਹਨਾਂ ਨੇ ਕਿਹਾ ਕਿ ਇੱਥੇ ਸਾਈਕਲ ਬਣਦੇ ਸੀ ਔਰ ਪੂਰੇ ਭਾਰਤ ਦੇ ਵਿੱਚ ਤੇ ਬਾਹਰਲੇ ਦੇਸ਼ਾਂ ਵਿੱਚ ਵੀ ਜਾਂਦੇ ਸੀ। ਹੁਣ ਅਸੀਂ ਚਾਈਨਾ ਦੇ ਸਾਈਕਲ ਵਰਤ ਰਹੇ ਹਾਂ ਕਿਉਂਕਿ ਇੱਥੋਂ ਦੇ ਸਾਈਕਲ ਦੀ ਇੰਡਸਟਰੀ ਖਤਮ ਹੀ ਹੋ ਗਈ ਤਕਰੀਬਨ, ਜਾਂ ਹਰਿਆਣੇ ਚਲੇ ਗਈ ਜਾਂ ਹਿਮਾਚਲ ਚਲੇ ਗਈ ਹੈ ਔਰ ਉਹਦੇ ਕਰਕੇ ਹੀ ਇਹਦੇ ਵਿੱਚ ਟੈਕਸ ਅੱਗੇ ਵੱਧ ਗਿਆ, ਹੋਰ ਚੀਜ਼ਾਂ ਜਿਹੜੀਆਂ ਵੱਧ ਗਈਆਂ ਤੇ ਇੰਡਸਟਰੀ ਦਾ ਖਾਤਮਾ ਹੋ ਗਿਆ। ਇਹਨਾਂ ਨੇ ਕਿਹਾ ਕਿ ਕਾਟਨ ਇੰਡਸਟਰੀ ਬਣਾਓ, ਉਹਦੇ ਵਿੱਚ ਜਿਹੜੀ ਇੱਥੇ ਸ਼ਹਿਰਾਂ 'ਚ ਵੱਡੀ ਇੰਡਸਟਰੀ ਨੂੰ ਸਹੂਲਤਾਂ ਦਿਓ ਔਰ ਇਹਦੇ ਵਿੱਚ ਇਹਨਾਂ ਨੇ ਅੱਛੀ ਬਿਆਨਬਾਜ਼ੀ ਕੀਤੀ ਹੈ। ਬਾਕੀ ਰਹੀ ਗੱਲ, ਇਹਨਾਂ ਨੇ ਕਿਹਾ ਨੋਟਬੰਦੀ ਦੀ ਜਿਹੜੀ ਹੈਗਾ ਸੀ ਉਹਦੇ 'ਚ ਨੋਟਬੰਦੀ ਨਾਲ ਤੇ GST ਨਾਲ ਸਰਕਾਰਾਂ ਨੇ ਕਹਿੰਦਾ ਲੋਕਾਂ ਨੂੰ ਜਿਹੜਾ ਇਹਨਾਂ ਨੁਕਸਾਨ ਪਹੁੰਚਾਤਾ ਉਹਨਾਂ ਨੂੰ ਇਹ ਨੁਕਸਾਨ ਦੀ ਭਰਪਾਈ ਕਰ ਹੀ ਨਹੀਂ ਸਕਦੇ ਹੁਣ ਕਿਉਂਕਿ ਉਹ ਪੈਸਾ ਇੰਨਾ ਬਰਬਾਦ ਹੋ ਗਿਆ। ਵਿਚਾਰੇ ਜਿਹੜੇ ਮੱਧ ਵਰਗੀ ਲੋਕ ਸੀਗੇ ਜਾਂ ਗਰੀਬ ਲੋਕ ਸੀ ਜਿਨ੍ਹਾਂ ਨੇ ਮਾੜਾ ਮੋਟਾ ਪੈਸੇ ਜੋੜੇ ਸੀ ਉਹਨਾਂ ਦੇ ਉਦੋਂ ਰੱਦੀ ਹੋ ਗਏ ਪੈਸੇ ਔਰ ਇਹਨਾਂ ਨੇ ਕਿਹਾ ਕਿ ਇਹ ਡਿਸੀਜਨ ਬਾਕੀ ਇਹ ਜਿਹੜੇ ਵੱਡੇ ਲੋਕ ਨੇ ਉਹਨਾਂ ਲਈ ਠੀਕ ਰਿਹਾ, ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਇਹ ਬੜਾ ਨੁਕਸਾਨ ਦੇ ਨਾਲ ਭਰਿਆ ਰਿਹਾ। ਉਹ ਇੱਕ ਉਹਨਾਂ ਨੇ ਹੋਰ ਕਿਹਾ ਕਿ ਜਿਹੜੇ ਵੀ ਇਹਨਾਂ ਦੇ ਡਿਸੀਜਨ ਆ ਜੋ ਵੀ ਕੁਝ ਸਰਕਾਰਾਂ ਲੈਂਦੀਆਂ ਇਹ ਚਾਰ ਬੰਦੇ ਨੇ ਉਹਨਾਂ ਲਈ ਹੈਗਾ ਵਾ, ਬਾਕੀ ਲੋਕਾਂ ਨੂੰ ਉਹਦਾ ਕੋਈ ਫਾਇਦਾ ਨਹੀਂ ਪਹੁੰਚਦਾ ਕਿਉਂਕਿ ਵਿਰੋਧੀ ਪਾਰਟੀ ਆ, ਨੈਸ਼ਨਲ ਪਾਰਟੀ ਆ, ਕਿਉਂਕਿ ਉਹ ਤਾਂ ਦੂਜੀ ਰੂਲਿੰਗ ਪਾਰਟੀ ਦੇ ਵਿਰੁੱਧ ਬੋਲੂਗੀ ਕਿਉਂਕਿ ਕੁਛ ਉਣਤਾਈਆਂ ਕੁਛ ਉਹਦੇ ਵਿੱਚ ਨੁਕਸਾਨ ਦੇਣ ਵਾਲੀਆਂ ਯੋਜਨਾਵਾਂ ਬਣਦੀਆਂ, ਉਹਦੇ ਲਈ ਇਹਨਾਂ ਨੇ ਬਹੁਤ ਓਪਨਲੀ ਬੋਲਿਆ ਔਰ ਕਈ ਜਗ੍ਹਾ 'ਤੇ 25-25 ਕਿਲੋਮੀਟਰ ਨੰਗੇ ਪੈਰੀਂ ਜਾਂਦੇ ਰਹੇ। ਹਾਫ ਜਿਹੜੀ ਉਹ ਟੀ-ਸ਼ਰਟ ਪਾਈ ਆ ਉਹਦੇ 'ਚ ਵੀ ਲੋਕਾਂ ਨੇ ਕਿਹਾ ਕਿ ਸ਼ਾਇਦ ਕਿਤੇ ਇਹਨਾਂ ਨੂੰ ਬੁਖਾਰ ਹੀ ਨਾ ਹੋ ਜੇ, ਇਹਨਾਂ ਤੁਰ ਕੇ ਜਾ ਕੇ ਸਾਰਾ ਕੁਝ। ਤੀਜੀ ਗੱਲ ਤੁਸੀਂ ਕਹੀ ਹੈ ਕਿ ਖਾਣੇ ਜਿਹੜੇ ਲਿਆਂਦੇ ਇਹਨਾਂ ਹਲਵਾਈ ਵੀ ਲਿਆਂਦੇ ਆ, ਜਿਹੜਾ ਖਾਣੇ ਬਣਨਗੇ ਪੰਜਾਬ ਦੇ ਮਨ ਭਾਉਂਦੇ ਖਾਣੇ ਬਣਨਗੇ। ਜਿੰਨੇ ਵੀ ਲੋਕ ਜਿੰਨੇ ਵੀ ਨੇਤਾ ਇਹਨਾਂ ਨਾਲ ਜਾ ਰਹੇ ਆ ਉਹ ਇਹਨਾਂ ਨਾਲ ਬਿਲਕੁਲ ਖੁਸ਼ੀ ਨਾਲ ਖਾਣਾ ਪੀਣਾ ਕਰ ਰਹੇ ਆ। ਅੱਜ ਲੋਹੜੀ 'ਤੇ ਸ਼ਾਇਦ ਇਹਨਾਂ ਨੇ ਲੋਹੜੀ ਮਨਾਉਣੀ ਆ, ਲੋਹੜੀ ਮਨਾਉਣ ਤੋਂ ਬਾਅਦ ਇਹਨਾਂ ਨੇ ਅੱਜ ਕਿਤੇ ਲੋਕਾਂ ਨੂੰ ਬਹੁਤ ਘਰ ਘਰ ਜਾ ਕੇ ਨਹੀਂ ਮਿਲਣਗੇ, ਲੋਕ ਇਹਨਾਂ ਨੂੰ ਆਉਣਗੇ ਉੱਥੇ ਮਿਲਣਗੇ ਕਿਉਂਕਿ ਤਿਉਹਾਰ ਇੱਦਾਂ ਦਾ ਹੈਗਾ ਔਰ 18 ਤਰੀਕ ਤੱਕ ਇਹਨਾਂ ਦੀ ਬਹੁਤ ਵੱਡੀ ਮੁਹਿੰਮ ਔਰ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਕੇ ਜਾਣਗੇ। ਅੱਗੇ ਆਉਣ ਵਾਲਾ ਸਮਾਂ ਦੱਸੂਗਾ ਕਿ ਇਹ ਪਾਰਟੀ ਕਿਸ ਧਿਰ ਜਾ ਕੇ ਬੈਠਦੀ ਹੈ ਕਿਉਂਕਿ ਇਹ ਦੂਜੀ ਸੈਕੰਡ ਪਾਰਟੀ ਹੈ BJP ਤੋਂ ਬਾਅਦ ਜਿਹੜੀ ਪੰਜਾਬ ਦੀ ਵਾਗਡੋਰ ਸੰਭਾਲ ਸਕਦੀ ਹੈ ਜੇ ਪੂਰੀ ਮਿਹਨਤ ਕਰੇ, ਸਿੰਸੀਅਰਿਟੀ ਨਾਲ ਲੋਕਾਂ ਨਾਲ ਚੱਲੇ। ਲੋਕ ਇਹਨਾਂ ਨੂੰ ਮੰਨਦੇ ਨੇ ਔਰ ਇਸੇ ਤਰ੍ਹਾਂ ਮੰਨਦੇ ਰਹਿਣਗੇ। ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਬਹੁਤ ਵੱਡੀ ਤੋਂ ਵੱਡੀ ਜੀ ਆਇਆਂ ਕਹੀ ਹੈ ਔਰ ਬੜਾ ਇਹਨਾਂ ਆਪਣਾ ਟਾਈਮ ਦੇ ਕੇ ਪੰਜਾਬ ਦੇ ਜਿਹੜੇ ਲੋਕ ਉਹਨਾਂ ਨੂੰ ਖੁਸ਼ ਕਰ ਲਈ 18 ਤਰੀਕ ਤੱਕ ਇਸੇ ਤਰ੍ਹਾਂ ਭਾਸ਼ਣ ਚੱਲਦੇ ਰਹਿਣਗੇ। ਹੋ ਸਕਦਾ ਹੈ ਔਰ ਬਾਕੀ ਜਿਹੜੇ ਵਿਰੋਧੀ ਨੇ ਉਹ ਤੇ ਲਗਾਤਾਰ ਅਟੈਕ ਮੋਡ ਤੇ ਹੈਗੇ ਨੇ ਕਿ ਪਖੰਡ ਹੈ ਜੀ, ਇਹ ਤਮਾਸ਼ਾ ਹੈ ਜੀ, ਉਹਨਾਂ ਨੇ ਰਾਈਫਲਾਂ ਆਪਣੇ ਲੋਡ ਕਰਕੇ ਰੱਖੀ ਹੁੰਦੀ। ਬਿਲਕੁਲ ਉਹਨਾਂ ਦਾ ਕੰਮ ਹੈ ਔਰ ਡੈਮੋਕ੍ਰੇਸੀ ਹੈ। ਸਹੀ ਗੱਲ, ਜਦੋਂ ਤੱਕ ਅਸੀਂ ਵਿਰੋਧ ਵਿੱਚ ਬੋਲਾਂਗੇ ਨਹੀਂ। ਬਿਲਕੁਲ ਸਹੀ ਗੱਲ, ਬੋਲ ਸਕਦੇ ਆ। ਸੋ ਅੱਗੇ ਆਪਾਂ ਵਧੀਏ ਕਿ ਪੰਜਾਬ ਦੇ ਸਾਬਕਾ ਮੰਤਰੀਆਂ ਤੇ ਵੱਧ ਸੰਪत्ति ਦਾ ਮਾਮਲਾ ਵਿਜੀਲੈਂਸ ਵੱਲੋਂ ਘਰੋਂ ਘਰ ਛਾਪੇ ਕਿ ਤੁਹਾਡੀ ਇੰਨੀ ਆਮਦਨ ਨਹੀਂ ਹੈਗੀ ਜਿੰਨਾ ਤੁਹਾਡਾ ਮਾਲ ਅਸਬਾਬ ਤੁਸੀਂ ਬਣਾਇਆ ਹੋਇਆ, ਜਿੰਨੀ ਜਾਇਦਾਦ ਤੁਸੀਂ ਬਣਾਈ ਹੋਈ ਹੈ। ਤੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਵਿਜੀਲੈਂਸ ਬਿਊਰੋ ਦੇ ਘੇਰੇ ਵਿੱਚ ਆ ਚੁੱਕੇ ਨੇ। ਹੁਣ ਤੱਕ ਆਪ ਜਦੋਂ ਦੀ ਆਈ ਹੈ ਇਹਨਾਂ ਦੇ ਆਪਣੇ 2 ਮੰਤਰੀ 'ਚ ਫਸ ਗਏ, ਬਿਲਕੁਲ ਹੈ ਨਾ। ਫਿਰ ਉਸ ਤੋਂ ਬਾਅਦ ਜਿਹੜੀ ਕਾਂਗਰਸ ਰਹੀ ਆ ਉਹਦੇ 'ਚ ਵੀ 2 ਮੰਤਰੀ ਜੰਗਲਾਤ ਦੇ ਉਹ ਵੀ ਫਸ ਗਏ, ਹੈ ਨਾ। ਉਹ ਅਜੇ ਉਹਨਾਂ 'ਤੇ ਕੇਸ ਚੱਲ ਰਿਹਾ। ਜਿਹੜਾ ਇਹ ਹੈਗੇ ਆ ਨਾ, ਇਹ BJP ਦੇ ਸਕੱਤਰ ਆ ਪੰਜਾਬ ਦੇ, ਗੁਰਪ੍ਰੀਤ ਕਾਂਗੜ ਜੀ ਦਾ ਨਾਂ ਲਿਆ ਤੁਸੀਂ। ਇਹਨਾਂ ਦੇ ਵਿੱਚ ਇਹਨਾਂ ਨੇ ਜਦੋਂ ਇਲੈਕਸ਼ਨ ਲੜੀ ਆ
ਉਦੋਂ ਇਹਨਾਂ ਕੋਲ ਨਾ ਮਾਤਰ ਦੀ ਸੰਪਤੀ ਜਿਹੜੀ ਇਹਨਾਂ ਪ੍ਰਾਪਰਟੀ ਲਿਖਾਈ ਆ। ਹੁਣ ਇਹਨਾਂ ਕੋਲ ਵਿਘਿਆਂ ਦੇ ਵਿਘੇ, ਕਿੱਲਿਆਂ ਦੇ ਕਿੱਲੇ ਜ਼ਮੀਨ ਆ, ਕੋਠੀਆਂ, ਕਾਰਾਂ, ਕਈ ਤਰ੍ਹਾਂ ਦੀਆਂ ਕਾਰਾਂ, ਕਿੰਨਾ ਕੋਲ ਜਿਹੜਾ ਬੈਂਕ ਬੈਲੈਂਸ ਆ ਉਹ ਵੀ ਬਹੁਤ ਗਿਣਿਆ ਨਹੀਂ ਜਾ ਰਿਹਾ। ਔਰ ਉਹਨਾਂ ਨੇ ਇਹ ਹੁਣ ਵਿਜੀਲੈਂਸ ਜਿਹੜੀ ਬਿਊਰੋ ਆ ਉਹਨਾਂ ਨੇ ਜਾ ਕੇ ਪੁੱਛ ਪੜਤਾਲ ਕੀਤੀ ਆ, ਵੇਖਿਆ, ਉਹਨਾਂ ਨੂੰ ਬੁਲਾਇਆ, 2 ਘੰਟੇ ਉਹਨਾਂ ਦੀ ਸਾਰੀ ਇਨਕੁਆਇਰੀ ਕੀਤੀ ਹੈ। ਔਰ ਉਹਦੇ ਨਾਲ ਇੱਕ ਮੰਤਰੀ ਨਹੀਂ, ਪੰਜਾਬ ਦੇ ਮੇਰੇ ਜਿੰਨੇ ਵੀ ਮੰਤਰੀ ਰਹੇ ਆ, ਮੁੱਖ ਮੰਤਰੀ ਤੋਂ ਲੈ ਕੇ ਚੰਨੀ ਸਾਹਿਬ 'ਤੇ ਵੀ ਰਿਹਾ ਹੈ ਕਿ ਉਹਨਾਂ ਨੇ ਇੰਨਾ ਪੈਸਾ ਖਰਚ ਕਰਤਾ, ਇੰਨੇ ਬਿੱਲ ਕਰ ਦਿੱਤੇ, ਇਹਨਾਂ ਨੇ ਇੰਨਾ ਵੰਡਾਈ 'ਚ ਦਿੱਤਾ, ਇੱਧਰ ਪੈਸਾ ਦੇ ਦਿੱਤਾ। ਉਹਨਾਂ 'ਤੇ ਵੀ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਮੰਡਲ ਪੂਰੇ ਦਾ ਪੂਰਾ, MLA, ਮੇਰਾ ਖਿਆਲ ਕੋਈ ਬਚਾ ਨਹੀਂ ਹੋਣਾ। ਬਾਕੀ ਜੇ ਬਚਿਆ ਤਾਂ ਮਹਿਕਮਿਆਂ 'ਚ ਵੀ ਤੁਹਾਨੂੰ ਪਤਾ ਹੈਗਾ, ਪੁਲਿਸ ਵਾਲੇ ਸਾਰੇ SHO ਲਾ ਲਓ, ASA ਲਾ ਲਓ, ਕਈਆਂ 'ਤੇ ਇਸ ਤਰ੍ਹਾਂ ਦੇ ਰਿਸ਼ਵਤ ਦੇ ਮਾਮਲੇ ਆ ਗਏ ਆ। ਫਿਰ ਤੁਸੀਂ ਜੰਗਲਾਤ ਵਾਲੇ ਮਹਿਕਮੇ ਚਲ ਜਾਓ, ਟੀਚਰ ਵਾਲੇ ਮਹਿਕਮੇ ਚਲ ਜਾਓ, ਈਵਨ ਹੈਲਥ ਡਿਪਾਰਟਮੈਂਟ ਚਲ ਜਾਓ, ਉੱਧਰ ਵੀ ਇਹ ਪਤਾ ਨਹੀਂ ਲੱਗਦਾ। ਉਹਨਾਂ ਦੀ ਨੌਬਤ ਵੀ ਅੱਗੇ ਤੱਕ ਵਿਗੜੀ ਪਈ ਆ। ਜਿਨ੍ਹਾਂ ਨੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਉਹੀ ਪੈਸਾ ਖਾ ਰਹੇ ਆ, ਉਹਨਾਂ ਦੀ ਝੋਲੀਆਂ 'ਚੋਂ ਕੱਢ ਕੇ ਆਪਣੀਆਂ ਜੇਬਾਂ ਭਰ ਰਹੇ ਆ। ਇਹਦਾ ਮੈਨੂੰ ਨਹੀਂ ਸਮਝ ਆਈ ਕਿ ਪੰਜਾਬ ਦੇ ਵਿੱਚ ਇਹ ਕੀ ਮਤਲਬ, ਜਿਹਦੇ ਘਰ 'ਚ ਜਿਹਦੇ ਆਪਣੇ ਆ ਨਾ ਦਾਣੇ ਹੈ ਨਾ, ਉਹੀ ਕੋਠੀਆਂ ਭਰ ਆਪਣੇ ਲਈ ਜਾਂਦਾ। ਔਰ ਟੈਕਸ ਦੇਣ ਲਈ ਲੋਕ ਹੈ ਨਾ, ਜਿੰਨਾ ਪੈਸਾ ਇਕੱਠਾ ਕਰਨ ਲਈ ਲੋਕ ਹੈਗੇ ਆ। ਔਰ ਇਹ ਉਹਦੇ ਵਿੱਚ ਪਤਾ ਕੀ ਹਿੱਸੇਦਾਰ ਬਣ ਜਾਂਦੇ ਆ, ਕਿਉਂਕਿ ਇਹ ਕੁਰਸੀ 'ਤੇ ਬੈਠੇ ਆ ਅਤੇ ਕੁਰਸੀ 'ਤੇ ਬਹਿਣ ਵਾਲਿਆਂ ਦੇ ਲਿਆ ਖਿੱਚੀ ਆਓ ਸਾਰਾ ਕੁਝ ਆਪਣੇ ਘਰ ਲਾਈ ਜਾਂਦੇ ਆ। ਹੁਣ ਇਹ ਫਸੇ ਪਏ ਸਾਰੇ। ਵਿਜੀਲੈਂਸ ਬਿਊਰੋ ਹੁਣ ਇਹਨਾਂ ਨੂੰ ਫੜ ਕੇ ਪੁੱਛ ਪੜਤਾਲ ਕਰ ਰਹੀ ਹੈ। OP ਸੋਨੀ ਜਿਹੜੇ ਡਿਪਟੀ CM ਵੀ ਰਹੇ ਪੰਜਾਬ ਦੇ ਕਾਂਗਰਸ ਦੀ, ਉਹਨਾਂ 'ਤੇ ਵੀ ਇਹ ਸਾਰਾ ਪੁੱਛ ਪੜਤਾਲ ਹੋਈ ਹੈ। ਐਗਜ਼ੈਕਟਲੀ ਸਰ, ਕਈ ਵਾਰ ਨਾ ਮੈਂ ਸੋਚਦਾ ਬਲਕਾਰ ਜੀ ਜਿਹੜੇ ਦੇਸ਼ ਭਗਤ ਸੀ, ਸ਼ਹੀਦ ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ और राजगुरु सुखदेव, सुभाष चंद्र बोस, ये सब जो देश भगत जिन्होंने जाना वार ਦਿੱਤੀਆਂ देश वास्ते, ये सब क्रेजी लोग ने, मूर्ख लोग ने। ਇਹਨਾਂ ਨੂੰ ਸੋਝੀ ਨਹੀਂ ਸੀ ਕਿ ਸਾਡੀ ਵੀ ਜ਼ਿੰਦਗੀ ਹੈ, ਅਸੀਂ ਵੀ ਜਿਉਣਾ, ਅਸੀਂ ਵੀ ਪੈਸਾ ਇਕੱਠਾ ਕਰ ਲਈਏ। ਇਹਨਾਂ ਨੂੰ ਕੀ ਪਈ ਸੀ? ਚੰਦਰ ਸ਼ੇਖਰ ਆਜ਼ਾਦ ਸਾਰੇ ਮਰ ਗਏ, ਦੇਸ਼ ਦੇ ਉੱਤੇ ਜਾਨਾਂ ਵਾਰ ਕੇ ਚਲੇ ਗਏ। ਕਾਹਦੇ ਵਾਸਤੇ? ਅੱਜ ਅਸੀਂ ਉਹਨਾਂ ਨੂੰ ਸ਼ਹੀਦ ਕਹਿੰਦੇ ਹਾਂ, ਠੀਕ ਹੈ, ਅੱਜ ਅਸੀਂ ਉਹਨਾਂ ਨੂੰ ਸ਼ਹੀਦ ਕਹਿੰਦੇ ਹਾਂ ਕਿਉਂਕਿ ਉਹ ਸ਼ਹੀਦ ਹੈਗੇ ਨੇ ਸਾਡੇ। ਸਹੀ ਗੱਲ, ਜਿਹਨਾਂ ਦੇਸ਼ ਕੌਮ ਲਈ ਸਭ ਕੁਝ ਕੁਰਬਾਨ ਕਰਤਾ। ਤੁਸੀਂ 2-3 ਦਹਾਕੇ ਪਿੱਛੇ ਨੂੰ ਚੱਲ ਜਾਓ, ਪੰਜਾਬ ਦੀ ਜਿਹੜੀ ਪੋਲੀਟਿਕਸ ਹੈ 30 ਸਾਲ ਪਿੱਛੇ ਨੂੰ ਚੱਲ ਜਾਓ, ਤੁਸੀਂ ਦੇਖੋ ਕਿ ਕਦੀ ਕਿਸੇ ਤੇ ਕੋਈ ਰਿਸ਼ਵਤ ਦਾ ਮਾਮਲਾ ਕਿਸੇ ਮੰਤਰੀ ਤੇ ਨਹੀਂ। ਪ੍ਰਤਾਪ ਸਿੰਘ ਕੈਰੋਂ ਦੀ ਵਜ਼ਾਰਤ ਰਹੀ ਹੈ, ਕਦੀ ਕਿਸੇ ਤੇ ਇਦਾਂ ਦੀ ਗੱਲ ਨਹੀਂ। ਹੁਣ ਇਹਨਾਂ ਨੇ ਆ ਜਿਹੜਾ PCS ਆਫੀਸਰ ਨੇ ਸਟ੍ਰਾਈਕ ਕੀਤੀ ਹੈ ਤੇ ਭਗਵੰਤ ਮਾਨ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਜੇ ਤੁਸੀਂ ਸਟ੍ਰਾਈਕ ਨਹੀਂ ਬੰਦ ਕਰੋਗੇ, ਜੇ ਦਫ਼ਤਰਾਂ 'ਚ ਮੁੜ ਵਾਪਸ ਨਹੀਂ ਜਾਓਗੇ ਤਾਂ ਸਸਪੈਂਡ ਕਰ ਦੂੰਗਾ। ਉਹ ਵਾਪਸ ਆ ਗਏ ਨਾ। ਇਹੀ ਗੱਲ ਪਟਵਾਰੀਆਂ ਨੇ ਇੱਕ ਵਾਰੀ ਉਸ ਜ਼ਮਾਨੇ 'ਚ ਸਟ੍ਰਾਈਕ ਕੀਤੀ ਸੀ। ਪ੍ਰਤਾਪ ਸਿੰਘ ਕੈਰੋਂ ਨੇ ਉੱਥੋਂ ਅਨਾਊਂਸ ਕਰਤਾ ਹੈਗਾ ਕਿ ਜਿਹੜੇ ਵੀ ਪਟਵਾਰੀ ਨੇ, ਜਿਹਨੇ ਵੀ ਕਾਨੂੰਗੋ ਨੇ, ਜਿਹਨੇ ਤਹਿਸੀਲਦਾਰ ਨੇ ਆਪਣੀ ਕਲਮ ਫੜ ਕੇ ਨਹੀਂ ਲਿਖ ਰਿਹਾ ਜਾਂ ਉੱਥੇ ਨਹੀਂ ਬੈਠਾ ਕੁਰਸੀ 'ਤੇ, ਉਹ ਆਪਣੇ ਆਪ ਨੂੰ ਸਸਪੈਂਡ ਸਮਝੇ। ਸਾਰੇ ਚੁੱਪ ਚੁਪਾ ਕੇ ਵਾਪਸ ਆ ਗਏ। ਔਰ ਉਦੋਂ ਪਹਿਲੋਂ ਕੋਈ ਰਿਸ਼ਵਤ ਨਹੀਂ ਸੀ। ਸ਼ਹੀਦਾਂ ਦੀ ਗੱਲ ਤੁਸੀਂ ਕੀਤੀ ਹੈ, ਬਹੁਤ ਵੱਡੀ ਗੱਲ ਆ। ਉਹਨਾਂ ਦਾ ਤਾਂ ਮਨਸ਼ਾ ਹੀ ਹੋਰ ਸੀ, ਦੇਸ਼ ਤੇ ਕੌਮ ਨੂੰ ਆਜ਼ਾਦ ਕਰਾਉਣਾ ਸਾਰਾ। ਪਰ ਰਿਸ਼ਵਤ ਦਾ ਮਾਮਲਾ ਹੁਣ ਜ਼ਿਆਦਾ ਆ ਗਿਆ। ਬਿਲਕੁਲ। ਸ਼ਹੀਦ ਕਿਉਂ? ਕਿਉਂਕਿ ਮੈਂ ਪਹਿਲਾਂ ਕਿਹਾ ਸਾਰੇ ਮਰ ਗਏ ਜੀ, ਪਰ ਜਿਉਂਦੇ ਨੇ। ਜਿਉਂਦੇ ਕਿੱਦਾਂ ਨੇ? ਸਾਡੇ ਦਿਲਾਂ 'ਚ ਜਿਉਂਦੇ ਨੇ, ਸਾਡੇ ਅੰਦਰ ਜਿਉਂਦੇ ਨੇ, ਸਾਡੇ ਅੰਦਰ ਵਸਦੇ ਨੇ, ਇਸ ਕਰਕੇ ਉਹ ਸ਼ਹੀਦ ਨੇ। ਮਰਨ ਤੋਂ ਬਾਅਦ ਵੀ ਸਾਡੇ ਅੰਦਰ ਜਿਉਂਦੇ ਨੇ, ਇਸ ਕਰਕੇ ਉਹ ਸ਼ਹੀਦ ਨੇ। ਉਹਨਾਂ ਸ਼ਹੀਦਾਂ ਦੀ ਵੀ ਇਹਨਾਂ ਨੂੰ ਸ਼ਰਮ ਨਹੀਂ ਹੈ। ਉਹਨਾਂ ਨੂੰ ਜਿਉਣਾ ਆਉਂਦਾ ਸੀ, ਲੋਕਾਂ ਨੂੰ ਜਿਉਣਾ ਸਿਖਾਉਣ ਦੀ ਅੱਜ ਉਹਨਾਂ ਨੂੰ ਪਤਾ ਸੀ ਕਿ ਲੋਕਾਂ ਨੂੰ ਜਿਉਣਾ ਕਿੱਦਾਂ ਸਿਖਾਇਆ ਜਾਂਦਾ। ਇਹ ਤਾਂ ਨਾ ਜੀ ਸਕਦੇ ਆ, ਨਾ ਲੋਕਾਂ ਨੂੰ ਜਵਾ ਸਕਦੇ ਆ, ਤਾਂ ਇਹ ਆਪ ਵੀ ਮਰਦੇ, ਲੋਕਾਂ ਨੂੰ ਵੀ ਮਾਰਦੇ। ਉਹ ਕਹਿੰਦੇ ਨੇ ਨਾ, ਆ ਮਰੇ ਜਜਮਾਨ ਵੀ ਡੋਬੇ। ਇਹ ਆਂਦੇ ਸੀ ਪਹਿਲੇ ਵੀ ਜਜਮਾਨ ਵੀ ਡੋਬਦੇ ਤੇ ਆਪ ਵੀ ਮਰੇ। ਇਹ ਉਹ ਗੱਲ ਹੈਗੀ ਆ ਜਿੱਥੇ ਕਿ ਲੋਕਾਂ ਨੇ ਇਹਨਾਂ ਨੂੰ ਤਰੀਕੇ ਨਾਲ ਬਣਾ ਕੇ ਉੱਥੇ ਬਿਠਾ ਦਿੰਦੇ ਆ। ਉਹਦੇ ਬਾਅਦ ਲਿਆਓ ਜੀ ਸਮਾਨ, ਖਿੱਚੋ ਜੀ ਸਮਾਨ, ਲੈ ਰੱਖੋ ਜੀ ਸਮਾਨ, ਭਰੋ ਜੀ ਬੋਝੇ, ਅਤੇ ਆਪਣੇ ਬੱਚੇ ਅੱਗੇ ਲਿਆਓ, ਗੱਡੀਆਂ ਲੈ ਦਿਓ, ਸਭ ਕੁਛ ਲੈ ਦਿਓ। ਬੱਚੇ ਵਿਗੜ ਜਾਂਦੇ ਇਹਨਾਂ ਦੇ। ਕਿਸੇ ਵੀ ਅਫਸਰ ਦਾ ਬੱਚਾ ਜਿਹੜਾ 2 ਨੰਬਰ ਦੀ ਪੈਸਾ ਕਮਾ ਕੇ ਘਰ ਲਿਆਊਗਾ, ਨਿਆਣੇ ਵਿਗੜੇ ਹੋਣਗੇ। ਆਰਮੀ ਅਫੀਸਰ ਆ, ਸੈਲਰੀ ਉਨੀ ਕੁ ਮਿਲਦੀ, ਉਹਨਾਂ ਸਾਰਾ ਕੁਛ ਹੈਗਾ, ਕਦੀ ਨਹੀਂ ਵਿਗੜਦਾ ਕੋਈ ਵੀ ਉਹਨਾਂ। 2 ਨੰਬਰ ਦਾ ਪੈਸਾ, ਰਿਸ਼ਵਤ ਦਾ ਪੈਸਾ ਜਿਹੜਾ ਹੈਗਾ, ਤੁਹਾਨੂੰ ਘਰੇ ਹੀ ਸਾਰਾ ਕੁਝ ਕਰ ਦਿੰਦਾ। ਹਾਂ, ਸਹੀ ਗੱਲ ਹੈ। ਮਤਲਬ ਬੰਦੇ ਨੂੰ ਅੱਖ ਦੀ ਸ਼ਰਮ ਹੋਣੀ ਚਾਹੀਦੀ ਹੈ। ਸਹੀ ਗੱਲ ਕਿ ਜਾਨਾਂ ਵਾਰ ਦਿੱਤੀਆਂ, ਦਸ਼ਮੇਸ਼ ਪਿਤਾ ਸਾਰਾ ਪਰਿਵਾਰ ਵਾਰ ਦਿੱਤਾ, ਤੇ ਅਸੀਂ ਰਿਸ਼ਵਤਾਂ ਲੈਂਦੇ ਪਏ ਆ, ਅਸੀਂ ਬੇਈਮਾਨੀ ਦੇ ਪੈਸੇ ਇਕੱਠੇ ਕਰਦੇ ਪਏ। ਸ਼ਰਮ ਦੀ ਗੱਲ ਹੈ ਸਾਡੇ ਵਾਸਤੇ। ਸਹੀ ਗੱਲ। ਚਲੋ ਅੱਗੇ ਵਧੀਏ। ਜ਼ਰੂਰ। ਭਾਰਤ ਦੇ ਪਿੰਡ ਸਿਹਤ ਸੰਕਟ ਨਾਲ ਜੂਝ ਰਹੇ ਨੇ ਤੇ ਪਿੰਡਾਂ ਵਿੱਚ ਡਾਕਟਰਾਂ ਦੀ 80% ਤੱਕ ਦੀ ਘਾਟ ਹੈ। ਹੁਣ ਦੇਖੋ ਪਿੰਡਾਂ ਦਾ ਕੀ ਹਾਲ ਹੈ। ਇਹ ਮੁਹੱਲਾ ਕਲੀਨਿਕ ਦਾ ਕਨਸੈਪਟ, ਸਰਕਾਰੀ ਹਸਪਤਾਲ ਜਿਹੜੇ ਪਹਿਲਾਂ ਖੁੱਲੇ ਹੋਏ ਨੇ, ਪਿੰਡਾਂ 'ਚ ਕਲੀਨਿਕ ਖੁੱਲੇ ਹੋਏ ਨੇ, ਉਹਨਾਂ ਨੂੰ ਸਾਂਭ ਲਈਏ। ਅਸਲ 'ਚ ਇਹ ਗੱਲ ਇਹ ਪਹਿਲਾਂ ਵੀ ਰਹੀ ਆ। ਹੁਣ ਇਹਨਾਂ ਨੇ ਕਹਿਤਾ ਕਿ ਕਈ ਮਰਜ਼ ਕਰਤੇ, ਜਿਹੜੇ ਸਰਕਾਰੀ ਹਸਪੀਟਲ ਸੀ ਉਹ 'ਚ ਮੁਹੱਲਾ ਕਲੀਨਿਕ ਲਾਤੇ ਆ ਔਰ ਨਵੇਂ ਲਾ ਰਹੇ ਆ। ਪਰ ਲਾ ਰਹੇ ਆ ਜਿੱਥੇ ਸਹੂਲਤਾਂ ਹੀ ਨਹੀਂ, ਜਿੱਥੇ ਡਾਕਟਰ ਹੀ ਹੈ ਨਹੀਂ, ਉਹ ਕਿੱਥੋਂ ਚੱਲਣਗੇ? ਚਲਾਉਣੇ ਤਾਂ ਡਾਕਟਰਾਂ ਨੇ। ਜਿੱਥੇ ਦਵਾਈਆਂ ਨਹੀਂ ਹੋਣਗੀਆਂ, ਜਿੱਥੇ ਨਰਸਾਂ ਨਹੀਂ ਹੋਣਗੀਆਂ, ਪੇਸ਼ੈਂਟ ਤਾਂ ਹੋਣਗੇ ਹੀ,
ਪੇਸ਼ੈਂਟ ਤੇ ਵਿਚਾਰੇ ਬਿਮਾਰ ਪਏ ਹੋਣਗੇ ਮੰਜਿਆਂ ਤੇ, ਉਹਨਾਂ ਨੂੰ ਸੰਭਾਲਣਾ ਕਿੰਨੇ ਆ? ਡਾਕਟਰਾਂ ਨੇ। ਡਾਕਟਰਾਂ ਦੀ ਤੁਸੀਂ ਦੱਸਿਆ ਕਿ 80% ਘਾਟ ਹੈਗੀ ਆ ਪਿੰਡਾਂ 'ਚ, ਖਾਸ ਕਰਕੇ ਨਾ ਕੇਵਲ ਪੰਜਾਬ 'ਚ। ਆਪਾਂ ਪੰਜਾਬ ਦੇ ਮਹੱਲਾ ਕਲੀਨਿਕ ਦੀ ਵੈਸੇ ਗੱਲ ਕਰਦੇ ਹਾਂ, ਪੂਰੇ ਇੰਡੀਆ ਦੀ ਗੱਲ ਹੈ। ਇੰਡੀਆ ਦੇ ਵਿੱਚ ਪੂਰਾ ਭਾਰਤ ਇਸ ਸੰਕਟ ਨਾਲ ਜੂਝ ਰਿਹਾ। ਔਰ ਇਹਦੇ ਵਿੱਚ ਦੂਜੀ ਗੱਲ ਇਹ ਹੈਗੀ ਹੈ ਕਿ ਜਿੱਥੇ ਜਿੱਥੇ ਵੀ ਇਹਨਾਂ ਮਹੱਲਾ ਕਲੀਨਿਕ ਖੋਲ੍ਹੇ ਜਾਂ ਆਪਣੇ ਇੱਥੇ ਖੋਲ੍ਹ ਰਹੇ ਆ, ਉੱਥੇ ਡਾਕਟਰ ਹੀ ਹੈ ਨਹੀਂ। ਤੀਜੀ ਗੱਲ ਇਹ ਹੈਗੀ ਕਿ ਡਾਕਟਰ ਚਾਹੁੰਦੇ ਨਹੀਂਗੇ ਅਸੀਂ ਪਿੰਡਾਂ 'ਚ ਚੱਲ ਜਾਈਏ। ਡਾਕਟਰ ਬਣਨਾ ਬੜੀ ਉਹਨਾਂ ਦੀ ਖੁਸ਼ੀ ਦੀ ਗੱਲ ਆ, ਪੜ੍ਹਦੇ ਆ, ਲਿਖਦੇ ਆ, MBBS ਕਰ ਲੈਂਦੇ ਆ, MD ਕਰ ਲੈਂਦੇ ਆ। ਜਦੋਂ ਪਿੰਡ 'ਚ ਟ੍ਰਾਂਸਫਰ ਹੁੰਦੀ ਹੈ ਤਾਂ ਜਾਂਦੇ ਨਹੀਂ ਕਦੇ ਵੀ। ਜੇ ਸ਼ਹਿਰ 'ਚ ਹੁੰਦੀ ਆ ਅਤੇ ਪੇਸ਼ੈਂਟ ਨੂੰ ਉਹਨਾਂ ਨੇ ਸਾਰਾ ਕੁਛ ਦੇਖਿਆ, ਚੈੱਕ ਕੀਤਾ ਅਤੇ ਫਿਰ ਉਹਨਾਂ ਨੇ ਰੈਫਰ ਕੀਤਾ ਆਪਣੇ ਕਲੀਨਿਕ 'ਤੇ। ਚਲੋ ਜੀ ਫਲਾਣੇ ਮਹੱਲੇ 'ਚ ਮੇਰਾ ਕਲੀਨਿਕ ਹੈਗਾ, ਉੱਥੇ ਇਲਾਜ ਕਰਾ ਲਾ। ਗਾਇਨੀ ਦੇ ਵੀ ਡਾਕਟਰ, ਉਹਦੇ 'ਚ ਵੀ ਆ ਜਦੋਂ ਬੱਚਾ ਪੈਦਾ ਹੋਣਾ, ਸਭ ਕੁਛ ਹੋਣਾ, ਉਹਨਾਂ ਨੇ ਚੈੱਕ ਕਰਨਾ। 8 ਮਹੀਨੇ ਉੱਥੇ ਆ, ਜਦੋਂ 9 ਮਹੀਨੇ ਤੱਕ ਬੱਚਾ ਪੈਦਾ ਹੋਣਾ ਦੇ ਉੱਧਰ ਜਾਓ ਜੀ, ਡਿਲੀਵਰੀ ਹੈ ਤੁਹਾਡੀ, ਉਹ ਆਪਣੇ ਕਲੀਨਿਕ 'ਤੇ ਹੁੰਦੀ ਹੈ। ਕੀ ਕਰਨਗੇ ਲੋਕ? ਕਿੱਥੇ ਸਹੂਲਤਾਂ ਲੈਣਗੇ? ਜਿੱਥੇ ਵੀ ਤੁਸੀਂ ਮਹਿਕਮੇ ਨੂੰ ਛੇੜ ਲਓ ਮਾੜਾ ਜਿਹਾ, ਤੁਹਾਨੂੰ ਪਤਾ ਲੱਗ ਜੂਗਾ ਕਿ ਲੋਕ ਤੰਗ ਆ। ਮਹਿਕਮੇ ਕਿਹਨਾਂ ਲਈ ਹੈਗੇ? ਸਹੂਲਤਾਂ ਲਈ ਹੈਗੇ, ਲੋਕਾਂ ਲਈ ਹੈਗੇ ਆ। ਡੈਮੋਕ੍ਰੇਸੀ ਦੀ ਅਸੀਂ ਗੱਲ ਕਰ ਲੈਂਦੇ ਹਾਂ, ਸੰਵਿਧਾਨ ਦੀ ਗੱਲ ਕਰ ਲੈਂਦੇ ਹਾਂ। ਉੱਥੇ ਫਿਰ ਸੰਵਿਧਾਨ ਕਿਹਨਾਂ ਦਾ ਹੁੰਦਾ? ਜਿਹੜਾ ਪਾਵਰ 'ਚ ਜਿਹੜਾ ਕੁਰਸੀ 'ਤੇ ਬੈਠਾ, ਡਾਕਟਰ ਹੋਵੇ, ਚਾਹੇ ਵਕੀਲ ਹੋਵੇ, ਚਾਹੇ ਕੋਈ ਜੱਜ ਹੋਵੇ। ਅਤੇ ਕੌਣ ਮਸਲਿਆ ਕੌਣ ਜਾ ਰਿਹਾ? ਕਿਹੜਾ ਵਿਚਾਰਾਂ ਦਾ ਘਾਟੇ ਜਾ ਰਿਹਾ? ਗਰੀਬ ਆਦਮੀ, ਆਮ ਆਦਮੀ, ਵੋਟਰ, ਉਹ ਮਾਰਿਆ ਜਾਂਦਾ। ਬਿਲਕੁਲ ਸਹੀ ਗੱਲ ਹੈ। ਬਲਕਿ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ, ਕਿਉਂਕਿ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰੀਏ, ਉਹਦੇ 'ਚ ਰੋਟੀ ਕੱਪੜਾ ਮਕਾਨ ਦੇ ਨਾਲ ਨਾਲ ਸਿੱਖਿਆ ਤੇ ਸਿਹਤ ਸੁਵਿਧਾਵਾਂ ਇਹ ਮਸਟ ਨੇ। ਇਹ 5 ਚੀਜ਼ਾਂ ਬੇਸਿਕ ਨੀਡ ਹੈ ਲੋਕਾਂ ਦੀ, ਬੇਸਿਕ ਨੀਡ। ਬਿਲਕੁਲ ਸਹੀ ਗੱਲ ਹੈ। ਅੱਗੇ ਆਪਾਂ ਚੱਲਦੇ ਹਾਂ। ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮਟ ਪਾਉਣ ਦਾ ਵਿਰੋਧ, ਦਸਤਾਰ ਦੀ ਪਛਾਣ ਖਤਮ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ, ਜਥੇਦਾਰ ਹਰਪ੍ਰੀਤ ਸਿੰਘ ਜੀ ਕਹਿ ਰਹੇ ਨੇ। ਇਹ ਕੱਲ੍ਹ ਮੁੱਦਾ ਬੜਾ ਭਖਿਆ ਸੀਗਾ, ਕਿਉਂਕਿ ਇਹਨਾਂ ਨੇ ਕਿਹਾ ਕਿ ਜਿਹੜੇ ਆਕਾਰ ਬਣਾਤੇ, ਜਿਹੜੇ ਸਿੱਖ ਸੋਲਜਰ ਨੇ, ਸੈਨਿਕ ਨੇ, ਆਫੀਸਰ ਨੇ, ਉਹਨਾਂ ਲਈ ਸਪੈਸ਼ਲ ਤਰ੍ਹਾਂ ਦੇ ਹੈਲਮਟ ਬਣਾਤੇ ਆ। ਹੈਲਮਟ ਬਣਾ ਕੇ ਉਹਦੇ 'ਚ ਰੱਖਣਗੇ ਕਿ ਉਹਦੇ 'ਚ ਕਿੰਨੀ ਡਿਗਰੀ ਮੇਨਟੇਨ ਕਰਨਾ, ਟੈਂਪਰੇਚਰ, ਉਹਦੇ 'ਚ ਕੰਪਿਊਟਰ ਸਿਸਟਮ ਫਲਾਣਾ ਬੜਾ ਕੁਝ ਕਿਹਾ ਹੈਗਾ। ਹੁਣ ਉਹਦਾ ਜਦੋਂ ਪਤਾ ਲੱਗਿਆ, ਇਹਨਾਂ ਨੇ ਕੰਪਨੀਆਂ ਨੂੰ ਕਹਿ ਦਿੱਤਾ 8000 ਕਿਤੋਂ ਬਣ ਕੇ ਆ ਰਿਹਾ, 1500 ਕਿਤੋਂ ਬਣ ਕੇ ਆ ਰਿਹਾ। ਔਰ ਉਹਦੇ ਲਈ ਇਹਨਾਂ ਨੇ ਹੁਕਮ ਦੇ ਦਿੱਤੇ ਆ। ਰਾਜਨਾਥ ਡਿਫੈਂਸ ਮਿਨਿਸਟਰ ਨੇ, ਉਹਨਾਂ ਵੀ ਕਹਿ ਦਿੱਤਾ ਹੈਗਾ। ਔਰ ਉਹ ਜਦੋਂ SGPC ਕੋਲ ਇਹ ਗੱਲ ਦਾ ਸੁਨੇਹਾ ਪਹੁੰਚਿਆ, ਪਤਾ ਲੱਗਿਆ, ਉੱਚ ਜਥੇਦਾਰ ਅਕਾਲ ਤਖਤ ਹਰਪ੍ਰੀਤ ਜੀ ਨੇ ਇਹਦਾ ਵਿਰੋਧ ਕੀਤਾ। ਉਹਨਾਂ ਕਿਹਾ ਇਹਦੇ ਵਿੱਚ ਇਹਨਾਂ ਨੇ ਕਿਹਾ ਇਹ ਗੱਲ ਇਹਨਾਂ ਦਾ ਪਿੱਛੇ ਭੇਦ ਇਹ ਹੈਗਾ ਕਿ ਇਹ ਚਾਹੁੰਦੇ ਨੇ ਕਿ ਜਿਹੜਾ ਦਸਤਾਰ ਦੀ ਪਛਾਣ ਆ, ਸਿੱਖਾਂ ਦੀ ਪਛਾਣ, ਉਹ ਖਤਮ ਹੋ ਜਾਏ। ਹੈਲਮਟ ਦੀ ਦੇ ਕੋਈ ਜ਼ਰੂਰਤ ਨਹੀਂ। ਉਹਨਾਂ ਇਹ ਵੀ ਕਿਹਾ, ਇੱਕ ਹੋਰ ਜਿਹੜੇ ਨਾਲ ਦੇ ਜਿਹੜੇ ਫੌਜੀ ਐਕਸਪਰਟ ਸੀ, ਬ੍ਰਿਗੇਡੀਅਰ ਕਾਹਲੋਂ, ਉਹ ਵੀ ਬੋਲ ਰਹੇ ਸੀ। ਉਹਨਾਂ ਨੇ ਵੀ ਕਿਹਾ ਕਿ ਇਹਦੇ ਵਿੱਚ ਇਹ ਨਹੀਂ ਕਿ ਪਿਛਲੀਆਂ ਜਿਹੜੀਆਂ ਵੱਡੀਆਂ ਮਹਾਂਯੁੱਧ ਹੋਏ ਆ, ਵਰਲਡ ਵਾਰ ਹੋਈਆਂ, ਉਦੋਂ ਤਾਂ ਹੈਲਮਟ ਕਿਸੇ ਨੇ ਪਾਇਆ ਨਹੀਂ ਗਾ। ਜਦੋਂ ਪੈਂਟਨ ਟੈਂਕ ਚਲਾਉਂਦੇ ਰਹੇ ਆ, ਬੰਬਾਰਮੈਂਟ ਕਰਦੇ ਰਹੇ ਆ, ਹਵਾਈ ਜਹਾਜ਼ਾਂ ਜਾਂਦੇ ਰਹੇ, ਉਦੋਂ ਤਾਂ ਹੈਲਮਟ ਦੀ ਲੋੜ ਨਹੀਂ ਪਈ। ਸਾਰਾਗੜ੍ਹੀ ਦਾ ਯੁੱਧ ਜਦੋਂ ਹੋਇਆ, ਉਦੋਂ ਹੈਲਮਟ ਕਿਸੇ ਨੇ ਪਾਇਆ ਨਹੀਂ। 10,000 ਸੈਨਿਕਾਂ ਨੂੰ ਪਿਛਾਂਹ ਭਜਾ ਕੇ ਉਹਨਾਂ ਨੇ, ਥੋੜ੍ਹਿਆਂ ਜਿਹਾ ਸਿੰਘਾਂ ਨੇ, ਤੇ ਕਿਤੇ ਪਹੁੰਚਾ ਦਿੱਤਾ। ਖਾਲਸਾ ਰਾਜ ਜਦੋਂ ਰਿਹਾ, ਅੰਗਰੇਜ਼ਾਂ ਨਾਲ ਲੜਦੇ ਰਹੇ, ਉਦੋਂ ਹੈਲਮਟ ਦੀ ਲੋੜ ਨਹੀਂ, ਦਸਤਾਰਾਂ ਬੰਨ੍ਹ ਕੇ ਲੜਦੇ ਰਹੇ। ਹੁਣ ਕਿਹੜੀ ਟੈਕਨੀਕ ਆ ਗਈ ਨਵੀਂ, ਕਿ ਹੁਣ ਨਵੀਂ ਆ ਕੇ ਤੇ ਉਹਦੇ ਵਿੱਚ ਇਹਨਾਂ ਨੂੰ ਕਵਰ ਕਰ ਦਿੱਤਾ। ਕੈਮੋਫਲਾਈ ਲਈ ਇੱਕ ਹੁੰਦੀ ਹੈ ਯੂਨੀਫਾਰਮ ਆਰਮੀ ਦੀ, ਗ੍ਰੀਨ ਕਲਰ ਦੀ ਹੁੰਦੀ ਹੈ। ਕੈਮੋਫਲਾਈ ਦਾ ਮਤਲਬ ਕਿ ਪਤਾ ਨਾ ਲੱਗੇ ਕਿ ਸੈਨਿਕ ਜਾ ਰਿਹਾ। ਗੱਡੀਆਂ 'ਤੇ ਵੀ ਕੈਮੋਫਲਾਈ ਕਰ ਦਿੰਦੇ, ਤਾਣ ਦਿੰਦੇ ਉੱਤੇ, ਉਹਦੇ ਉੱਤੇ ਗ੍ਰੀਨ ਕਲਰ ਦੇ। ਕੈਮੋਫਲਾਈ ਤਾਂ ਮੰਨ ਸਕਦੇ ਹਾਂ ਕਿ ਐਰੋ ਅਟੈਕ ਨਾ ਹੋ ਜਾਏ, ਜਹਾਜ਼ ਨਾਲ ਉੱਤੇ ਆ ਜਾਏ। ਹੈਲਮਟ ਨਾਲ ਕੀ ਪ੍ਰੋਟੈਕਸ਼ਨ ਹੋ ਸਕਦੀ ਹੈ, ਕੀ ਬਚਾਅ ਹੋ ਸਕਦਾ? ਇਹਦੇ ਲਈ ਉਹਨਾਂ ਨੇ ਬਹੁਤ ਡਟ ਕੇ ਵਿਰੋਧਤਾ ਕੀਤੀ ਹੈ। ਹੁਣ ਦੇਖੋ ਮੁੱਦਾ ਕਿਸ ਪਾਸੇ ਜਾਂਦਾ ਹੈਗਾ। ਸੈਂਟਰ ਗੌਰਮੈਂਟ, ਡਿਫੈਂਸ ਗੌਰਮੈਂਟ ਨੇ ਇਹ ਡਿਕਲੇਅਰ ਕਰ ਦਿੱਤਾ, ਤਾਂ ਔਰ ਉਹਦੇ ਵਿੱਚ ਵਿਰੋਧਤਾ ਕਿਹਨਾਂ ਕੀਤੀ ਹੈ? ਜਿਹੜੀਆਂ ਧਾਰਮਿਕ ਏਜੰਸੀਆਂ ਨੇ, ਉਹਨਾਂ ਨੇ ਇਹਦੀ ਵਿਰੋਧਤਾ ਕੀਤੀ ਹੈ। ਔਰ ਇਹਦੇ ਵਿੱਚ ਬਾਕੀ ਐਕਸਪਰਟ ਜਿਹੜੇ ਆਰਮੀ ਦੇ ਸਿੱਖ ਸਰਦਾਰ ਬ੍ਰਿਗੇਡੀਅਰ ਨੇ, ਬ੍ਰਿਗੇਡੀਅਰ ਕਾਹਲੋਂ ਨੇ, ਉਹਨਾਂ ਨਾਲ ਵੀ ਇਹਦਾ ਕੀਤਾ ਨੇ ਵਿਰੋਧਤਾ। ਔਰ ਮੇਰਾ ਖਿਆਲ ਹੈ ਕਿ ਜੇ ਇਸ ਮਸਲੇ ਨੂੰ ਇਸੇ ਤਰ੍ਹਾਂ ਰੱਖਣਗੇ ਤਾਂ ਗਲਤ ਹੋਏਗੀ, ਕਿਉਂਕਿ ਆਪਾਂ ਹੁਣੇ ਪੜ੍ਹਿਆ ਸੀਗਾ ਕਿ ਅਮਰੀਕਾ ਦੀਆਂ ਕੁਝ ਯੂਨੀਵਰਸਿਟੀਆਂ ਨੇ, ਜਿਹੜਾ ਵੀ ਖੰਡਾ ਉਹਨਾਂ ਨੇ ਦੇਣਾ ਸੀ, ਉਹਨਾਂ ਨੇ ਅਲਾਓ ਕਰ ਦਿੱਤਾ ਕਿ ਜਿਹੜਾ ਵੀ ਧਾਰਮਿਕ ਸਥਾਨ ਉਹਦੇ ਪ੍ਰਿਮਸਿਸ 'ਚ ਪਾ ਸਕਦੇ ਆ, ਯੂਨੀਵਰਸਿਟੀਆਂ 'ਚ ਪਾ ਸਕਦੇ ਆ। ਹਵਾਈ ਜਹਾਜ਼ ਲਈ ਵੀ ਅਲਾਓ ਕਰ ਦਿੱਤਾ, ਅਤੇ ਇਹਨਾਂ ਨੇ ਰੋਕ ਲਾਤੀ। ਇਹ ਗੱਲਾਂ ਮੇਰਾ ਖਿਆਲ ਹੈ ਕਿ ਬਾਕੀ ਜਿਹੜੇ ਸਿੱਖ ਸੰਸਥਾਵਾਂ ਨੇ, ਜਿਹੜੀਆਂ ਧਾਰਮਿਕ ਏਜੰਸੀਆਂ ਨੇ, ਉਹ ਇਹਦੀਆਂ ਡਟ ਕੇ ਵਿਰੋਧਤਾ ਕਰਨਗੀਆਂ। ਜੀ, ਔਰ ਇਹ ਇੱਕ ਪੁਆਇੰਟ ਲੈ ਰਹੇ ਨੇ ਕਿ ਸਿਕਿਉਰਿਟੀ ਵਾਸਤੇ, ਸੇਫਟੀ ਵਾਸਤੇ ਹੈ। ਇਸ ਕਰਕੇ ਦੇਖੋ ਇਹ ਮੁੱਦਾ ਕਿੱਧਰ ਜਾਂਦਾ, ਕਿਉਂਕਿ ਸੈਂਟਰ ਗਵਰਨਮੈਂਟ ਦੇ ਨਾਲ ਸਿੱਧੀ ਗੱਲਬਾਤ ਹੋ ਰਹੀ ਹੈ। ਇੰਨੀਆਂ ਲੜਾਈਆਂ ਹੋ ਗਈਆਂ, ਉਹਦਾ ਤਾਂ ਸਿਕਿਉਰਿਟੀ ਦਾ ਇਹਨਾਂ ਨੂੰ ਚੇਤਾ ਨਹੀਂ ਆਇਆ, ਤਾਂ ਹੁਣ ਹੀ ਆਇਆ ਸਿਕਿਉਰਿਟੀ ਨਾਲ, ਜਦੋਂ ਆ ਗੌਰਮੈਂਟ ਆ ਗਈ। ਪਹਿਲਾਂ ਤਾਂ ਲੜਾਈਆਂ ਰਹੀਆਂ, ਬੇਸਿਕਲੀ ਪਹਿਲਾਂ ਬਹੁਤ ਲੜਾਈਆਂ ਲੜੀਆਂ ਨੇ। 71 ਦੀ ਲੜੀ ਆ, 62 ਦੀ ਲੜੀ ਆ, 65 ਦੀ ਹੈਗੀ ਆ, ਕਾਰਗਿਲ ਦਾ ਯੁੱਧ ਹੋਇਆ ਵਾ, ਕਿੰਨੇ ਯੁੱਧ ਹੋ ਗਿਆ, ਬੰਗਲਾਦੇਸ਼ ਨਾਲ ਕਿੱਥੋਂ ਤੱਕ ਲੜਦੇ ਰਹੇ। ਉਦੋਂ ਵੀ ਜਨਰਲ ਜਗਜੀਤ ਸਿੰਘ ਸੀਗੇ, ਉਹਨਾਂ ਦੀ ਕਮਾਂਡ ਦੇ ਅੰਡਰ ਹੀ ਲੜਾਈ ਹੋਈ ਆ। ਉਹਨਾਂ ਤੇ ਨਹੀਂ ਹੈਲਮਟ ਪਾ ਕੇ ਉੱਥੇ ਕੀਤੀ। ਜਨਰਲ ਨਿਆਜ਼ੀ ਨਾਲ ਉਹਨਾਂ ਨੇ ਹਥਿਆਰ ਸਟਾ ਕੇ ਉਹਦੇ ਕੋਲ ਸਾਈਨ ਕਰਵਾਏ। ਉਹਨਾਂ ਨੇ ਦੂਜੀ ਖਾਕੀ ਰੰਗ ਦੀ ਵਰਦੀ ਪਾਈ, ਇਹਨਾਂ ਦੀ ਗ੍ਰੀਨ ਕਲਰ ਦੀ ਹੈ। ਦੋਵੇਂ ਕਲਾਸ ਫੈਲੋ ਵੀ ਰਹੇ ਆ, ਔਰ ਉਹਨਾਂ ਹੈਲਮਟ ਪਾ ਕੇ ਤਾਂ ਨਹੀਂ ਉਹਨਾਂ ਨੂੰ ਕੋਈ ਸਰੈਂਡਰ ਕਰਵਾਇਆ। ਇਹ ਗੱਲਾਂ ਵੀ ਮੇਰਾ ਖਿਆਲ ਹੈ
ਕਈ ਵਾਰੀ ਸਰਕਾਰ ਦੀਆਂ ਤੇ ਦੂਜੀਆਂ ਗੱਲਾਂ ਜਿਹੜੀਆਂ ਆਪੋ ਵਿੱਚ ਟਕਰਾਅ ਕਰ ਜਾਂਦੀਆਂ, ਮੇਲ ਨਹੀਂ ਖਾਂਦੀਆਂ। ਨਹੀਂ ਖਾਂਦੀਆਂ। ਜੀ ਜੀ ਚਲੋ ਫਿਰ ਹੁਣ ਚੱਲਿਆ ਜਾਏ। ਜੀ, ਜ਼ਰੂਰ। ਪੰਜਾਬ ਦੀ ਧਰਤੀ ਤੇ ਇੱਕ ਵਾਰੀ ਫਿਰ ਤੋਂ ਅਸੀਂ ਮੁਬਾਰਕਬਾਦ ਦਿੰਦੇ ਹਾਂ ਲੋਹੜੀ ਦੀ। ਖੂਬ ਖੁਸ਼ ਰਹੋ ਆਪਣੇ ਪਰਿਵਾਰਾਂ ਨਾਲ, ਇਦਾਂ ਹੀ ਤਿਉਹਾਰ ਮਨਾਉਂਦੇ ਰਹੋ, ਇਹੀ ਸਾਡੀ ਦੁਆ ਹੈ। ਤੇ ਅਸੀਂ ਇਹ ਜ਼ਰੂਰ ਚਾਹਾਂਗੇ ਕਿ ਤੁਸੀਂ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ ਤੇ ਸਾਨੂੰ ਇਨਬਾਕਸ ਕਰੋ ਆਪਣੀਆਂ ਮਨ ਦੀਆਂ ਭਾਵਨਾਵਾਂ। ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਐਪੀਸੋਡ ਦਾ ਹਿੱਸਾ ਬਣਦੇ ਹੋ। ਚਲਿਏ ਬਲਕਾਰ ਜੀ, ਹਾਂਜੀ, ਬਹੁਤ ਬਹੁਤ ਮੁਬਾਰਕਾਂ।